ਨਾਨਕ ਪਗ ਪੰਕਜ ਬੰਦਨ, ਪਗ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ, ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਸ੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਾਹੋਰੀ, ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ, ਵਾਹਿਗੁਰੂ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ, ਧਰੋਂ ਧਰਾ ਪਰ ਪੁੰਨ ਪੁੰਨ ਸੀਸਾ, ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਸਤਿਗੁਰ ਮਮ ਬੇਰੀ ਕਟਹੁ, ਨਿਜ ਬੇਰੀ ਪਰਚਾਰ। ਇਹ ਬੇਰੀ ਹੋਏ ਭਵ ਸਫਲ, ਬਿਨ ਬੇਰੀ ਕਰ ਪਾਰ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਹਾਂਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਵਈਆ ਅਬ ਮੇਰੇ ਸਤਿਗੁਰ ਹੈ ਸਭ ਕਿਛ, ਸਦਨ ਕੁਟੰਬ ਪਿਤਾ ਅਰ ਮਾਤ। ਇਹੀ ਸਹਾਇਕ ਹੋ ਹੈ ਅੰਤ ਕੋ, ਰਹਿ ਇਕਲ ਜੈ ਕੋਇ ਨਾ ਜਾਤ। ਅਬ ਮੇਰੇ ਸਤਿਗੁਰ ਹੈ ਸਭ ਕਿਛ, ਸਦਨ ਕੁਟੰਬ ਪਿਤਾ ਅਰ ਮਾਤ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ, ਚਬਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ ਪ੍ਰਤੱਖ ਗੁਰੂ, ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ।
ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸਿੱਖ ਸੰਗਤਾਂ ਜੋੜੋ ਦੋਵੇਂ ਹੱਥ, ਗੱਜ ਕੇ ਉਚਾਰਨ ਕਰੋ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਜੀ ਦੀ ਆਪਣੇ ਤੇ ਕਿਰਪਾ ਹੋਈ ਹੈ। ਗੁਰੂ ਘਰ ਵਿੱਚ ਆਉਣ ਦਾ, ਸੰਗਤ ਕਰਨ ਦਾ ਸੁਭਾਗ ਸਮਾਂ ਗੁਰੂ ਜੀ ਨੇ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਲੜੀਵਾਰ ਕਥਾ ਆਪਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਰਵਣ ਕਰ ਰਹੇ ਹਾਂ। ਹੁਣੇ ਪਹਿਲਾਂ ਆਪ ਜੀ ਨੇ ਬੜੇ ਹੀ ਪਿਆਰ ਦੇ ਨਾਲ ਗੁਰਬਾਣੀ ਜੀ ਦਾ ਕੀਰਤਨ ਕੀਤਾ ਤੇ ਸੁਣਿਆ ਹੈ। ਆਓ ਬੜੇ ਪਿਆਰ ਨਾਲ ਸਾਰੀ ਸੰਗਤ ਦੋਵੇਂ ਹੱਥ ਜੋੜ ਕੇ ਗੱਜ ਕੇ ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਕਥਾ ਚੱਲ ਰਹੀ ਹੈ। ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕਿਵੇਂ ਆਏ, ਇਹ ਪ੍ਰਸੰਗ ਆਪ ਜੀ ਨੇ ਸਰਵਣ ਕੀਤਾ ਜੀ। ਜਦੋਂ ਆਏ ਆ ਕੇ ਇੱਕੋ ਹੀ ਕੰਮ ਮਨ ਵਿੱਚ ਸੋਚਿਆ ਵੀ ਇੱਕ ਤੇ ਵਾਹਿਗੁਰੂ ਦੇ ਗੁਣ ਗਾਉਣੇ ਹੈ ਤੇ ਦੂਜਾ ਗੁਰੂ ਅੰਗਦ ਦੇਵ ਜੀ ਦੀ ਸੇਵਾ ਕਰਕੇ ਸਤਿਗੁਰਾਂ ਦੀ ਖੁਸ਼ੀ ਲੈਣੀ ਹੈ। ਬਸ ਆਹ ਦੋ ਕੰਮ ਨੇ ਸੰਗਤ ਜੀ, ਜਿਹਨੂੰ ਆ ਗਏ ਉਹਦੀ ਰੱਬ ਦੇ ਘਰ ਪਹੁੰਚ ਹੋ ਜਾਂਦੀ ਹੈ। ਇੱਕ ਸੇਵਾ ਤੇ ਦੂਜਾ ਸਿਮਰਨ ਜੀ। ਕਿਵੇਂ ਕਿਵੇਂ ਮਹਾਰਾਜ ਸੇਵਾ ਕਰਦੇ ਰਹੇ, ਇਹ ਕਥਾ ਤੁਸੀਂ ਪਿਛਲੇ ਦਿਨਾਂ ਵਿੱਚ ਸਰਵਣ ਕੀਤੀ ਜੀ। ਮਹਾਰਾਜ ਸਾਹਿਬ ਜੀ ਬਹੁਤੇ ਹੀ ਪਿਆਰ ਨਾਲ ਸੇਵਾ ਕਰਦੇ, ਬਹੁਤ ਪਿਆਰ ਨਾਲ ਲੰਗਰ ਦੇ ਵਿੱਚ ਪਾਣੀ ਲੈ ਕੇ ਆਉਂਦੇ ਹੈ, ਹੋਰ ਸੇਵਾ ਕਰਦੇ ਹੈ। ਪਰ ਵੱਡੀ ਗੱਲ, ਸੇਵਾ ਕਰਦਿਆਂ ਕਦੀ ਕਿਸੇ ਨਾਲ ਬਚਨ ਨਹੀਂ ਕਰਦੇ ਜੀ। ਇਹ ਗੱਲ ਧਿਆਨ ਦੇਣ ਯੋਗ ਹੈ। ਵੇਖੋ, 4 ਜਣੇ ਇਕੱਠੇ ਹੋ ਕੇ ਪਾਠ ਕਰਨ ਤੋਂ ਬਾਅਦ ਜੇ ਨਿੰਦਿਆ ਚੁਗਲੀ ਕਰਨ ਲੱਗ ਪੈਣ, ਸੇਵਾ ਕਰਨ ਤੋਂ ਬਾਅਦ ਨਿੰਦਿਆ ਚੁਗਲੀ ਕਰਨ ਲੱਗ ਪੈਣ, ਤੇ ਮਾਫ ਕਰਿਓ, ਸਾਰਾ ਨਿਸ਼ਫਲ ਹੋ ਜਾਂਦਾ ਹੈ ਜੀ। ਇਸ ਕਰਕੇ ਸਿਆਣਾ ਜਿਹੜਾ ਬੰਦਾ ਹੈ ਨਾ, ਉਹ ਇਸ ਗੱਲ ਦਾ ਧਿਆਨ ਰੱਖਦਾ ਹੈ ਵੀ ਜੇ ਮੈਂ ਦਵਾਈ ਖਾਧੀ ਹੈ ਤੇ ਪਰਹੇਜ਼ ਵੀ ਨਾਲ ਕਰਾਂ ਜੀ। ਦਵਾਈ ਬੰਦਾ ਖਾਈ ਜਾਵੇ ਤੇ ਪਰਹੇਜ਼ ਕਰੇ ਨਾ, ਤੇ ਸੰਗਤ ਜੀ ਉਹ ਬੰਦੇ ਦਾ ਰੋਗ ਠੀਕ ਨਹੀਂ ਹੋ ਸਕਦਾ ਜੀ। ਇਸੇ ਤਰ੍ਹਾਂ ਸੇਵਾ ਸਿਮਰਨ ਦੇ ਕਰਦਿਆਂ ਕਰਦਿਆਂ ਕੁਝ ਪਰਹੇਜ਼ ਨੇ ਬੰਦੇ ਦੀ ਜ਼ਿੰਦਗੀ ਵਿੱਚ। ਕੀ ਹੈ? ਵਾਧੂ ਲੋਕਾਂ ਦੀਆਂ ਗੱਲਾਂ ਵਿੱਚ ਨਾ ਆਵੇ ਜੀ, ਨਿੰਦਿਆ ਚੁਗਲੀ ਵਿੱਚ ਨਾ ਪਵੇ, ਵਕਾਰਾਂ ਵਿੱਚ ਨਾ ਪਵੇ। ਆਪਣੇ ਜੀਵਨ ਦਾ ਮਨੋਰਥ ਕੇਵਲ ਸੇਵਾ ਤੇ ਸਿਮਰਨ ਰੱਖੇ ਜੀ। ਬੜੇ ਬੜੇ ਐਸੇ ਗੁਰਮੁਖ ਹੋਏ ਆ ਜਿਨ੍ਹਾਂ ਦੀ ਜ਼ਿੰਦਗੀ ਦਾ ਮੁੱਖ ਮਕਸਦ ਹੀ ਇਹ ਹੈਗਾ ਜੀ। ਮਕਸਦ ਸੀ ਤੇ ਹੁਣ ਵੀ ਹੈਗੇ ਐਸੇ ਗੁਰਮੁਖ। ਬਾਬਾ ਜੀ, ਬਾਬਾ ਅਮਰਦਾਸ ਦੀ ਸੇਵਾ ਕਰਦੇ ਕਮਾਲ ਹੀ ਕਰੀ ਜਾ ਰਹੇ ਜੀ। ਕਿਸੇ ਨਾਲ ਗੱਲ ਨਹੀਂ ਕਰਦੇ, ਸੇਵਾ ਕਰ ਰਹੇ ਹੈ। ਬਜ਼ੁਰਗੀ ਦੀ ਅਵਸਥਾ ਹੈ, ਤੇ ਬਜ਼ੁਰਗੀ ਦੀ ਅਵਸਥਾ ਦੇ ਵਿੱਚ ਪਿਆਰਿਓ ਉਹ ਸੇਵਾ ਕੀਤੀ ਜਿਹਨੂੰ ਨੌਜਵਾਨ ਵੀ ਭੱਜਦੇ ਜੀ। ਅੱਤ ਦੀ ਬਜ਼ੁਰਗੀ ਦੀ ਅਵਸਥਾ, ਤੇ ਜਾ ਕੇ ਦਰਿਆ ਤੋਂ ਜਲ ਦੀ ਗਾਗਰ ਅੰਮ੍ਰਿਤ ਵੇਲੇ ਭਰ ਕੇ ਲਿਆ ਕੇ ਗੁਰੂ ਅੰਗਦ ਸਾਹਿਬ ਜੀ ਦਾ ਇਸ਼ਨਾਨ ਕਰਾਉਂਦੇ ਜੀ। ਕਿਵੇਂ ਉਹ ਗਾਗਰ ਭਰਦੇ ਜੀ, ਇਹ ਵੀ ਤੁਸੀਂ ਸਰਵਣ ਕੀਤਾ ਸਾਰਾ ਜੀ। ਜਿਵੇਂ ਉਹ ਗਾਗਰ ਭਰਦੇ, ਦਰਿਆ ਵਿੱਚ ਜਾਂਦੇ, ਬਜ਼ੁਰਗ ਸਰੀਰ ਹੈ, ਰਸਤੇ 'ਚ ਕਿਤੇ ਨਹੀਂ ਸਾਧ ਸੰਗਤ, ਬਸ ਆਪਣੇ ਧਿਆਨ ਨਾਲ ਤੁਰੀ ਜਾਣਾ ਜੀ। ਬਸ ਕਰਦਿਆਂ ਕਰਦਿਆਂ ਸਾਧ ਸੰਗਤ ਦੀ ਸੇਵਾ ਦਾ ਇੰਨਾ ਮੌਕਾ ਮਿਲਣ ਲੱਗ ਪਿਆ, ਸ੍ਰੀ ਗੁਰੂ ਅੰਗਦ ਸਾਹਿਬ ਜੀ ਨੂੰ ਇਸ਼ਨਾਨ ਕਰਾਉਣਾ, ਗੁਰੂ ਸਾਹਿਬ ਜੀ ਦੇ ਬਸਤਰ ਵੀ ਧੋਣ ਦੀ ਸੇਵਾ ਮਿਲਣ ਲੱਗ ਪਈ। ਤੇ ਜਿੱਥੇ ਬਸਤਰ ਧੋਣ ਦੀ ਸੇਵਾ ਮਿਲੀ ਨਾ ਜੀ, ਉੱਥੇ ਨਾਲ ਮਹਾਰਾਜ ਜੀ ਦੇ ਬਸਤਰ ਇੰਜ ਫੜ ਕੇ ਸੁਕਾਉਣੇ, ਥੱਲੇ ਨਹੀਂ ਲਾਉਣੇ ਜੀ। ਬੜੀ ਸੇਵਾ, ਬੜੀ ਸੇਵਾ। ਉਹ ਸਾਰਾ ਕੁਝ ਆਪ ਜੀ ਨੇ ਸਰਵਣ ਕੀਤਾ। ਕੁਝ ਲੋਕ ਕਹਿੰਦੇ ਹੁੰਦੇ ਸੀਗੇ ਵੀ ਤੁਸੀਂ ਆਪਣੇ ਘਰ ਵੀ ਜਾਓ, ਇੱਥੇ ਬੈਠੇ ਰਹਿੰਦੇ ਹੋ ਕੁੜਮਾਂ ਦੇ ਘਰ ਵਿੱਚ। ਪਰ ਬਾਬਾ ਜੀ ਨੇ ਉਹਨਾਂ ਦੀਆਂ ਗੱਲਾਂ ਦਾ ਧਿਆਨ ਹੀ ਨਾ ਦੇਣਾ ਜੀ। ਮੈਂ ਤਾਂ ਬਾਬਾ ਜੀ ਸ਼ਬਦ ਵਰਤ ਰਿਹਾ,
ਕਿਉਂਕਿ ਉਸ ਸਮੇਂ ਗੁਰਤਾ ਗੱਦੀ ਤੇ ਨਹੀਂ ਸਨ ਬੈਠੇ। ਹੁਣ ਤਾਂ ਮਾਲਕ ਹਨ, ਸਤਿਗੁਰੂ ਹਨ, ਆਪ ਪਰਮੇਸ਼ਰ ਹਨ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਬੜੀ ਵੱਡੀ ਘਾਲਣਾ ਘਾਲੀ। ਇਹ ਕੀ ਹੈ? ਇਹ ਮੇਰੇ ਵਾਸਤੇ ਵੀ ਸਿੱਖਿਆ ਤੇ ਤੁਹਾਡੇ ਵਾਸਤੇ ਵੀ ਸਿੱਖਿਆ। ਅੱਜ ਅਸੀਂ ਸੁੱਖਾਂ ਦੇ ਵਿੱਚ ਪੈ ਗਏ ਤੇ ਸੁੱਖਾਂ ਵਿੱਚ ਪੈ ਕੇ ਸੇਵਾ ਕਰਕੇ ਖੁਸ਼ ਨਹੀਂ ਹੈਗੇ ਜੀ। ਅੱਧਾ ਘੰਟਾ ਚੌਰ ਸਾਹਿਬ ਹੀ ਬੰਦੇ ਨੂੰ ਕਰਨੀ ਪੈ ਜੇ ਨਾ ਜੀ, ਜਿਹਦੇ ਭਾਗ ਚੰਗੇ ਉਹ ਤੇ ਸ਼ਾਂਤ ਰਹੇਗਾ, ਤੇ ਜਿਹਦੇ ਭਾਗ ਨਹੀਂ ਚੰਗੇ ਉਹ ਰੌਲਾ ਪਾਉਣ ਲੱਗ ਪਏਗਾ ਜੀ। ਸੁੱਖਾਂ 'ਚ ਪੈ ਗਏ ਜੀ। ਸਾਲ ਬਾਅਦ 1 ਸਾਲ ਲਗਾਤਾਰ ਸੇਵਾ ਕੀਤੀ ਤੇ ਮਹਾਰਾਜ ਨੇ ਸਰੋਪਾ ਦਿੱਤਾ ਜੀ। ਤੇ ਪਤਾ ਕੀ ਕੀਤਾ ਜੀ? ਉਸ ਸਰੋਪੇ ਨੂੰ ਸੀਸ ਤੇ ਸਜਾ ਕੇ ਤੇ ਰੱਸੀ ਬੰਨ੍ਹ ਲਈ ਜੀ। ਜਦੋਂ ਇਸ਼ਨਾਨ ਕਰਨ ਉਹ ਸਰੋਪਾ ਫਿਰ ਸਜਾ ਲੈਣ, ਉਹਨੂੰ ਰੱਸੀ ਨਾਲ ਬੰਨ੍ਹ ਲੈਣ। ਕਿਉਂ? ਮੇਰੇ ਮਾਲਕ ਸੱਚੇ ਪਾਤਸ਼ਾਹ ਜੀ ਨੇ ਦਿੱਤਾ, ਮੈਂ ਇਹਨੂੰ ਦੂਰ ਨਹੀਂ ਕਰਨਾ ਜੀ। ਗੁਰੂ ਦੀ ਦਾਤ ਨਾਲ ਕਿੰਨਾ ਪਿਆਰ ਹੋਣਾ ਚਾਹੀਦਾ, ਇਹ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੀਵਨ ਵਿੱਚੋਂ ਮਿਲਦਾ। ਪਿਆਰਿਓ, ਜਿੱਥੇ ਸਤਿਗੁਰੂ ਜੀ ਦਾ, ਗੁਰੂ ਸਾਹਿਬ ਦਾ ਜੀਵਨ ਸੁਣਨਾ ਜ਼ਰੂਰੀ ਹੈ ਨਾ। ਜਦੋਂ ਉਹ ਗੁਰਤਾ ਗੱਦੀ ਤੇ ਬੈਠੇ ਕੀ ਕੀਤਾ, ਉਹਦੇ ਤੋਂ ਪਹਿਲਾਂ ਇਹ ਜੀਵਨ ਸੁਣਨਾ ਬੜਾ ਜ਼ਰੂਰੀ ਹੈ। ਗੁਰੂ ਘਰ ਵਿੱਚ ਰਹਿ ਕੇ ਸੇਵਾ ਕਿਵੇਂ ਕੀਤੀ। ਤੇ ਮੈਂ ਇੱਕ ਗੱਲ ਕਰਕੇ ਆਪਾਂ ਲੜੀਵਾਰ ਕਥਾ ਆਰੰਭ ਕਰਾਂਗੇ। ਇਹ ਨਹੀਂ ਹੈ ਵੀ ਕਥਾ ਸੁਣ ਕੇ ਬਸ ਇੱਕ ਪਾਸੇ ਬਹਿ ਜਾਓ ਵੀ ਠੀਕ ਹੈ ਕਥਾ ਸੁਣ ਲਈ। ਨਹੀਂ ਪਿਆਰਿਓ, ਇਹ ਸਾਨੂੰ ਸੇਵਾ ਕਰਨ ਦੀ ਸਮੱਤ ਮਿਲਦੀ ਹੈ। ਪੱਖਾ ਚੱਲਦੇ ਹੈ, ਪਾਣੀ ਢੋਂਦੇ ਹੈ, ਅੰਨ ਪੀਸਦੇ ਹੈ, ਬੜੇ ਪਿਆਰ ਨਾਲ ਸੇਵਾ ਕਰਦੇ। ਤੁਸੀਂ ਹੋਰ ਨਹੀਂ ਨਾ 4-5 ਮਹੀਨੇ ਲਗਾਤਾਰ ਸੇਵਾ ਕਰਕੇ ਵੇਖ ਲਓ, ਕਿਸੇ ਨਾਲ ਗੱਲਬਾਤ ਨਾ ਕਰੋ, ਕੇਵਲ ਆਪਣੇ ਲਕਸ਼ ਵੱਲ ਧਿਆਨ ਰੱਖੋ। ਜੋ ਮੰਗੇਗਾ ਮਿਲ ਜਾਓਗੇ, ਜੋ ਮੰਗੋਗੇ ਮਿਲ ਜਾਏਗਾ। ਬਸ ਕੰਮ ਇਸ ਤਰੀਕੇ ਨਾਲ ਕਰਨਾ ਜੀ। ਜੇ ਇਸ ਤਰੀਕੇ ਨਾਲ ਸੇਵਾ ਕੀਤਿਆਂ ਬੰਦਾ ਗੁਰੂ ਬਣ ਜਾਂਦਾ ਜੀ, ਤੇ ਸਾਨੂੰ ਸੰਸਾਰਕ ਲੋੜਾਂ ਨਹੀਂ ਸਾਡੀਆਂ ਪੂਰੀਆਂ ਹੋਣਗੀਆਂ ਜੀ। ਤੇ ਸਭ ਤੋਂ ਵੱਡੀ ਗੱਲ, ਇਸ ਮਾਰਗ ਤੇ ਚੱਲਦਿਆਂ ਲੋਕ ਬੜੀਆਂ ਹੀ ਗੱਲਾਂ ਕਰਦੇ ਜੀ, ਬੜੀਆਂ ਹੀ ਗੱਲਾਂ ਕਰਦੇ। ਤੁਸੀਂ ਪਿੱਛੇ ਸੁਣੀ ਨਾ ਜੀ ਕਥਾ, ਲੋਕ ਕਹਿੰਦੇ ਐ ਵੇਖੋ ਕੁੜਮਾਂ ਦੇ ਘਰ ਆ ਕੇ ਬੈਠਾ ਹੈ, ਕੁੜਮਾਂ ਦੇ ਘਰ ਆ ਕੇ ਬੈਠਾ। ਮਾਫ ਕਰਿਓ ਸੰਗਤ ਜੀ, ਸਾਡੇ ਵਰਗਾ ਬੰਦਾ ਹੋਵੇ, ਇੱਕ ਅੱਧੀ ਗੱਲ ਸੁਣੇ ਤੇ ਉਹਦਾ ਧਿਆਨ ਜਿਹੜਾ ਟੁੱਟ ਜਾਂਦਾ ਤੇ ਬੰਦਾ ਹੌਸਲਾ ਛੱਡ ਬੈਠਦਾ। ਹੌਸਲਾ ਜਦੋਂ ਛੱਡ ਬੈਠਦਾ ਤੇ ਸੇਵਾ ਛੱਡ ਬੈਠਦਾ ਜੀ। ਮੈਂ ਨਹੀਂ ਕਰਨੀ, ਲੋਕ ਬੁਰਾ ਭਲਾ ਕਹਿੰਦੇ, ਪਰ ਧੰਨ ਨੇ ਮਹਾਰਾਜ ਸੱਚੇ ਪਾਤਸ਼ਾਹ। ਲੋਕ ਜੋ ਕਹਿੰਦੇ ਆ ਨਾ, ਹੁਣ ਉਹਨਾਂ ਦਾ ਜਵਾਬ ਕਿਵੇਂ ਦਿੰਦੇ ਆ, ਇਹ ਸੁਣੋ ਜੀ, ਇਹ ਸੁਣੋ। ਇੱਕ ਗੱਲ ਪੱਕੀ ਰੱਖੋ, ਜਦੋਂ ਤੁਸੀਂ ਰੱਬ ਦੇ ਰਸਤੇ ਤੇ ਚੱਲਣਾ, ਥੋੜ੍ਹਾ ਬਹੁਤਾ ਤੇ ਲੋਕਾਂ ਨੇ ਵਿਰੋਧ ਕਰਨਾ ਹੀ ਹੁੰਦਾ ਜੀ। ਪਰ ਘਬਰਾਇਓ ਨਾ, ਲੱਗੇ ਰਹੋ, ਲੱਗੇ ਰਹੋ। ਜਿਹੜੇ ਵਿਰੋਧ ਕਰਦੇ ਆ ਨਾ, ਇੱਕ ਦਿਨ ਆਪੇ ਗੁਰੂ ਦੀ ਕਿਰਪਾ ਨਾਲ ਉਹਨਾਂ ਦੇ ਮੁਖ ਬੰਦ ਹੋ ਜਾਂਦੇ ਜੀ। ਹੁਣ ਇਹਦੇ ਤੋਂ ਅੱਗੇ ਆਪਾਂ ਕਥਾ ਸਰਵਣ ਕਰੀਏ। ਪਿਆਰ ਸਤਿਕਾਰ ਨਾਲ ਜੋੜੋ ਦੋਵੇਂ ਹੱਥ, ਪ੍ਰੇਮ ਨਾਲ ਕਹੋ ਧੰਨ ਗੁਰੂ ਅਮਰਦਾਸ ਸਾਹਿਬ ਜੀ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਅਬ ਮੇਰੇ ਸਤਿਗੁਰ ਹੈ ਸਭ ਕਿਛ, ਸਦਨ ਕੁਟੰਬ ਪਿਤਾ ਅਰ ਮਾਤ। ਲੋਕ ਕਹਿੰਦੇ ਬਜ਼ੁਰਗਾ ਆਪਣੇ ਘਰ ਕਿਉਂ ਨਹੀਂ ਤੂੰ ਜਾਂਦਾ, ਆਪਣੇ ਘਰ ਜਾ, ਪਰਿਵਾਰ ਵਿੱਚ ਰਹਿ। ਤੇ ਅੱਗੋਂ ਬਾਬਾ ਅਮਰਦਾਸ ਜੀ ਕਹਿੰਦੇ ਭਾਈ ਹੁਣ ਗੁਰੂ ਸਾਹਿਬ ਹੀ ਮੇਰੇ ਸਭ ਕੁਝ ਹਨ। ਗੱਜ ਕੇ ਆਖੋ ਵਾਹਿਗੁਰੂ। ਹੁਣ ਗੁਰੂ ਸਾਹਿਬ ਹੀ ਮੇਰੇ ਸਾਰਾ ਕੁਝ ਹਨ। ਗੁਰੂ ਸਾਹਿਬ ਹੀ ਮੇਰਾ ਘਰ ਨੇ, ਗੁਰੂ ਸਾਹਿਬ ਹੀ ਮੇਰੇ ਮਾਤਾ, ਗੁਰੂ ਸਾਹਿਬ ਹੀ ਮੇਰੇ ਪਿਤਾ ਹਨ, ਗੁਰੂ ਸਾਹਿਬ ਹੀ ਮੇਰੇ ਰਿਸ਼ਤੇਦਾਰ ਹਨ। ਕਿੰਨਾ ਵੱਡਾ ਭਰੋਸਾ ਸਾਧ ਸੰਗਤ ਜੀ। ਹਾਂਜੀ। ਇਹੀ ਸਹਾਇਕ ਹੋ ਹੈ ਅੰਤ ਕੋ, ਰਹਿ ਇਕਲ ਜਹ ਕੋਏ ਨਾ ਜਾ। ਕਹਿਣ ਲੱਗੇ ਭਾਈ ਪਿਆਰਿਓ,
ਮੈਂ ਆਪਣੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਹਾਂ। ਗੁਰੂ ਸਾਹਿਬ ਹੀ ਅੰਤਮ ਸਮੇਂ ਸਹਾਈ ਹੁੰਦੇ ਆ। ਜਿੱਥੇ ਨਾ ਮਾਂ ਨੇ ਜਾਣਾ ਨਾ ਪਿਓ ਨੇ ਜਾਣਾ, ਪਰਿਵਾਰ ਤੇ ਇੱਥੇ ਰਹਿ ਜਾਂਦਾ ਜੀ। ਕਿੱਥੇ ਨਾਲ ਜਾਂਦਾ ਜੀ ਪਰਿਵਾਰ? ਕਹਿਣ ਲੱਗੇ ਇਹ ਗੁਰੂ ਸਾਹਿਬ ਨੇ ਨਾਲ ਜਾਣਾ, ਸਹਾਇਤਾ ਕਰਨੀ ਹੈ। ਜੀਵਤ ਪ੍ਰਾਨ ਆਧਾਰ ਇਹੀ ਹੈ, ਬਿਨ ਪੱਗ ਦੇਖੇ ਕਛ ਨਾ ਸੁਹਾਤ। ਬਸ ਇਹੋ ਮੇਰੀ ਜ਼ਿੰਦਗੀ ਹੈ, ਇਹੋ ਹੀ ਮੇਰੇ ਪ੍ਰਾਣ ਹਨ। ਗੁਰ ਮੇਰੇ ਪ੍ਰਾਣ, ਸਤਿਗੁਰ ਮੇਰੀ ਰਾਸ। ਸਤਿਗੁਰੂ ਜੀ ਅੰਮ੍ਰਿਤ ਬਾਣੀ ਚ ਕਹਿੰਦੇ ਗੁਰੂ ਸਾਹਿਬ ਮੇਰੇ ਪ੍ਰਾਣ ਨੇ ਜੀ। ਪ੍ਰਾਣ ਸਾਨੂੰ ਸਭ ਤੋਂ ਪਿਆਰੇ ਆ। ਪ੍ਰਾਣ ਪਤਾ ਕੀ ਹੈ? ਸਾਹ। ਸਾਹ, ਮਾੜਾ ਜਿਹਾ ਸਾਹ ਬੰਦੇ ਦਾ ਔਖਾ ਹੋ ਜੇ, ਜ਼ਿੰਦਗੀ ਤੇ ਮੌਤ ਦੇ ਵਿਚਕਾਰ ਆ ਜਾਂਦਾ ਬੰਦਾ ਜੀ। ਤੇ ਬਾਬਾ ਅਮਰਦਾਸ ਜੀ ਨਾ ਪ੍ਰੇਮੀਆਂ ਨੂੰ ਕਹਿ ਰਹੇ, ਕਹਿੰਦੇ ਪਿਆਰਿਓ ਗੁਰੂ ਸਾਹਿਬ ਵੀ ਮੇਰੇ ਪ੍ਰਾਣ ਹਨ, ਗੁਰੂ ਸਾਹਿਬ ਵੀ ਮੇਰੀ ਜ਼ਿੰਦਗੀ ਹਨ। ਬਿਨਾ ਮਹਾਰਾਜ ਦੇ ਚਰਨਾਂ ਤੋਂ ਮੈਨੂੰ ਹੁਣ ਕੁਝ ਵੀ ਚੰਗਾ ਨਹੀਂ ਲੱਗਦਾ। ਇਮ ਸੁਨ ਲੋਕ ਭਿਆਨ ਹੈ ਘਰ ਕੋ, ਜਾਣੈ ਹੈ ਭਇਓ ਨਿਲਾਇਕ ਗਾਤ। ਤੇ ਲੋਕਾਂ ਨੂੰ ਹੁਣ ਕੀ ਪਤਾ ਜੀ ਇਹਨਾਂ ਗੱਲਾਂ ਦਾ? ਲੋਕ ਤਾਂ ਆਪਣੇ ਹਿਸਾਬ ਨਾਲ ਚੱਲਦੇ। ਲੋਕਾਂ ਨੇ ਸ਼ਰਧਾ ਨਹੀਂ ਵੇਖੀ ਜੀ। ਲੋਕ ਗੱਲ ਸੁਣ ਕੇ ਚਲੇ ਗਏ ਤੇ ਰਸਤੇ 'ਚ ਪਤਾ ਕੀ ਗੱਲਾਂ ਕਰਦੇ? ਇਹ ਬਜ਼ੁਰਗ ਦੀ ਨਾ ਘਰ ਲੜਾਈ ਹੋਈ ਹੋਏਗੀ। ਗੱਜ ਕੇ ਆਖੋ ਵਾਹਿਗੁਰੂ। ਇਹ ਬਜ਼ੁਰਗ ਲੜਿਆ ਹੋਣਾ ਘਰ, ਤਾਈਓ ਇਹੋ ਜਿਹੀਆਂ ਗੱਲਾਂ ਕਰ ਰਿਹਾ। ਲੋਕਾਂ ਨੂੰ ਕੀ ਪਤਾ ਜੀ ਇਹਨਾਂ ਗੱਲਾਂ ਦਾ? ਹਾਂਜੀ। ਕਰਤ ਸੇਵ ਨਿਸ ਦਿਨ ਸ਼੍ਰੀ ਗੁਰ ਕੀ, ਆਹਮੇਵ ਤਜ ਕੈ ਸਭ ਰੀਤ। ਪਰ ਉਧਰ ਲੋਕਾਂ ਦੀਆਂ ਗੱਲਾਂ ਨੂੰ ਇੱਕ ਬੰਨੇ ਕਰਕੇ ਜੀ ਬਾਬਾ ਅਮਰਦਾਸ ਦੀ ਸੇਵਾ ਕਰਦੇ ਰਹੇ। ਪਿਆਰਿਓ ਇੱਕ ਗੱਲ ਚੇਤਾ ਰੱਖਿਓ, ਜੇ ਲੋਕਾਂ ਦੀਆਂ ਗੱਲਾਂ ਸੁਣਨ ਲੱਗੇ ਫਿਰ ਹੋ ਗਿਆ ਸੇਵਾ ਸਿਮਰਨ ਜੀ। ਮਹਾਰਾਜ ਬਾਣੀ ਚ ਕਹਿੰਦੇ ਨਾ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਧਨ ਦਿਓ ਹੈ ਢਾਰ। ਕਹਿੰਦੇ ਮੈਨੂੰ ਭਾਵੇਂ ਕੋਈ ਚੰਗਾ ਕਹੋ ਤੇ ਭਾਵੇਂ ਮਾੜਾ ਕਹੋ, ਮੈਂ ਆਪਣੇ ਸਤਿਗੁਰੂ ਦੇ ਚਰਨਾਂ 'ਚ ਆ ਗਿਆ ਜੀ। ਬਸ ਮਹਾਰਾਜ ਨੇ ਸਾਰਾ ਕੁਝ, ਸਾਰਿਆਂ ਦੀਆਂ ਗੱਲਾਂ ਛੱਡ ਕੇ ਬੜੇ ਪਿਆਰ ਨਾਲ ਗੁਰੂ ਅੰਗਦ ਦੇਵ ਜੀ ਦੀ ਸੇਵਾ ਕਰਦੇ, ਇਸ਼ਨਾਨ ਕਰਾਉਂਦੇ, ਬਸਤਰ ਧੋਂਦੇ, ਬਸਤਰ ਸੁਕਾਉਂਦੇ। ਹਾਂਜੀ। ਦਿਨ ਪ੍ਰਤ ਅਧਿਕ ਅਧਿਕ ਹੀ ਸੇਵੈ, ਕਰਤ ਚੌਂਪ ਅਤ ਉਪਜਤ ਚੀਤ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਹੁਣ ਸੁਭਾਅ ਕਿਵੇਂ ਦਾ ਹੋ ਰਿਹਾ? ਦਿਨੋਂ ਦਿਨ ਸੇਵਾ ਕਰਨ ਦਾ ਚਾਅ ਵੱਧਦਾ ਜਾ ਰਿਹਾ ਜੀ, ਵੱਧਦਾ ਜਾ ਰਿਹਾ ਜੀ। ਨਹੀਂ ਤੇ ਸਾਧ ਸੰਗਤ ਬੰਦਾ ਸੇਵਾ ਕਰਦਾ ਸਾਲ 2 ਸਾਲ ਕਰਕੇ ਨਾ, ਤੇ ਉਹਨੂੰ ਆਮ ਰੂਟੀਨ ਜੀ ਲੱਗਣ ਲੱਗ ਪੈਂਦੀ ਹੈ ਤੇ ਚਾਅ ਮੁੱਕਣ ਲੱਗ ਪੈਂਦਾ ਜੀ। ਦਿਨ ਪ੍ਰਤ ਅਧਿਕ ਅਧਿਕ ਹੀ ਸੇਵਾ, ਦਿਨੋਂ ਦਿਨ ਰੋਜ਼ ਹੋਰ ਸੇਵਾ ਕਰਦੇ। ਕਰਤ ਚੌਂਪ ਅਤ ਉਪਜਤ ਚੀਤ, ਸੇਵਾ ਕਰਦੇ ਬੜੇ ਚਾਅ ਨਾਲ। ਮੈਂ ਆਪਣੇ ਗੁਰੂ ਦੀ ਸੇਵਾ ਕਰ ਰਿਹਾ। ਹਾਂਜੀ। ਸੁਨਹਿ ਨਾ ਪਨਹਿ ਨਾ ਆਨ ਬੈਨ, ਮਨ ਗਿਨਤ ਨਾ ਗਿਣਤੀ ਕੁਛ ਬਪਰੀਤ। ਬਸ ਇਹਨਾਂ ਗੱਲਾਂ ਦਾ ਧਿਆਨ ਰੱਖ ਲਿਓ ਸਾਧ ਸੰਗਤ ਜੀ, ਜਿਹੜੀ ਗੱਲ ਤੁਸੀਂ ਸੁਣ ਰਹੇ ਹੋ। ਬਾਬਾ ਜੀ, ਬਾਬਾ ਅਮਰਦਾਸ ਜੀ ਕਿਸੇ ਦੀ ਗੱਲ ਨਹੀਂ ਸੁਣਦੇ ਵੀ ਕੋਈ ਮੈਨੂੰ ਕੀ ਕਹਿ ਰਿਹਾ ਜੀ। ਸੁਨਹਿ ਨਾ ਪਨਹਿ ਨਾ, ਜਦੋਂ ਬੰਦਾ ਕਿਸੇ ਦੀ ਸੁਣੇਗਾ ਹੀ ਨਹੀਂ ਤੇ ਅੱਗੋਂ ਕੀ ਆਖੇਗਾ ਜੀ? ਆਪਾਂ ਲੜਦੇ ਤੇ ਤਾਂ ਵੀ ਪਹਿਲਾਂ ਕਿਸੇ ਦੀ ਗੱਲ ਸੁਣ ਲੈਨੇ ਗੁੱਸੇ ਵਾਲੀ ਜੀ। ਨਾ ਕਿਸੇ ਦੀ ਸੁਣਦੇ ਤੇ ਨਾ ਕਿਸੇ ਨਾਲ ਕਰਦੇ ਜੀ। ਹਾਂਜੀ। ਕੋਈ ਮਨ 'ਚ ਗਿਣਤੀ ਨਹੀਂ, ਹੋਰ ਕੋਈ ਗਿਣਦੇ, ਬਸ ਇੱਕੋ ਪਾਸੇ ਧਿਆਨ ਲਾਇਆ ਸੇਵਾ ਵਿੱਚ। ਹਾਂਜੀ। ਤਨ ਮਨ ਅਰਪਿਓ ਚਰਨ ਗੁਰੂ ਕੇ, ਇਸੀ ਖਿਆਲ ਮਹਿ ਪਰਮ ਅਤੀਤ। ਬਸ ਧਿਆਨ ਕਿਹੜੇ ਬੰਨੇ ਆ? ਧਿਆਨ ਇਸੇ ਬੰਨੇ ਆ ਵੀ ਮੈਂ ਮਹਾਰਾਜ ਦੀ ਸੇਵਾ ਕਰਨੀ। ਸਤਿਗੁਰ ਪਰਮੇਸ਼ਰ ਮੇਰਾ, ਸਤਿਗੁਰ ਪਰਮੇਸ਼ਰ ਮੇਰਾ, ਸਤਿਗੁਰ ਪਰਮੇਸ਼ਰ ਮੇਰਾ, ਸਤਿਗੁਰ ਪਰਮੇਸ਼ਰ ਮੇਰਾ। ਬਸ ਇਸੇ ਕੰਮ 'ਚ ਧਿਆਨ ਹੈ ਜੀ। ਹਾਂਜੀ।
ਪੁਨ ਸੰਮਤ ਦੂਸਰ ਭਾ ਪੂਰਨ ਸ੍ਰੀ ਗੁਰ ਦੂਜੋ ਦੀਨ ਰੁਮਾਲ। ਲਓ ਜੀ, ਕਰਦਿਆਂ ਕਰਦਿਆਂ ਦਿਨ ਰਾਤ ਦੀ ਸੇਵਾ ਤੇ ਬਿਨਾਂ ਨਾਗਾ ਸੇਵਾ ਜੀ, ਤੇ ਕਰਦਿਆਂ ਕਰਦਿਆਂ 1 ਸਾਲ ਹੋਰ ਸਫਲਾ ਹੋ ਗਿਆ ਜੀ, 2 ਸਾਲ ਹੋ ਗਏ ਜੀ। ਤੇ ਜਦੋਂ ਦੂਜਾ ਸਾਲ ਹੋਇਆ ਤੇ 1.5 ਗਜ ਦਾ ਸਰੋਪਾਓ ਪਰਨਾ ਮਹਾਰਾਜ ਗੁਰੂ ਅਮਰਦਾਸ ਜੀ ਨੇ, ਵਾਹਿਗੁਰੂ ਗੁਰੂ ਅੰਗਦ ਸਾਹਿਬ ਜੀ ਨੇ ਦਿੱਤਾ ਜੀ। ਜਦੋਂ ਅਗਲਾ ਸਾਲ ਲੰਘ ਗਿਆ ਨਾ ਜੀ, 2 ਸਾਲ ਹੋ ਗਏ ਸੇਵਾ ਕਰਦਿਆਂ। ਹਾਂਜੀ, ਬਖਸ਼ਿਸ਼ ਜਾਨੀ ਸੁਆਮੀ ਕਰ ਕੀ ਸਿਰ ਪਰ ਬਾਂਧ ਲੀਨ ਤਤਕਾਲ। ਤੇ ਵੇਖੋ ਪਿਆਰ ਕਿੰਨਾ ਜੀ, ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਇਹ ਗੱਲਾਂ ਬਹੁਤ ਜ਼ਰੂਰੀ ਚ ਹੈ, ਇਹ ਪਿਆਰ ਬਹੁਤ ਜ਼ਰੂਰੀ ਹੈ। ਪਿਆਰ ਪਤਾ ਕਿੰਨਾ, ਮਹਾਰਾਜ ਦੀ ਬਖਸ਼ਿਸ਼ ਜਾਣ ਕੇ ਸੀਸ ਤੇ ਸਜਾ ਲਿਆ ਜੀ, ਤੇ ਉੱਤੇ ਰੱਸੀ ਬੰਨ ਲਈ ਜੀ। 1 ਸਰੋਪਾ ਪਹਿਲਾਂ ਜੀ, ਉਹਦੇ ਉੱਤੇ ਦੂਜਾ ਬੰਨ ਲਿਆ ਜੀ, ਉਹਦੇ ਤੇ ਰੱਸੀ ਬੰਨ ਲਈ, ਮੇਰੇ ਸਤਿਗੁਰੂ ਨੇ ਮੈਨੂੰ ਦਿੱਤਾ ਜੀ। ਹਾਂਜੀ, ਦ੍ਰਿੜ ਕਰ ਦਾਮ ਜੇ ਉਤਰੈ ਨਾਹਿਨ ਸਿਥਲ ਹੋਇ ਪੁਨ ਲੇਹ ਸੰਭਾਲ। ਘੁੱਟ ਕੇ ਬੰਨ ਲਿਆ ਜੀ, ਘੁੱਟ ਕੇ ਬੰਨ ਲਿਆ ਸਿਰ ਤੇ, ਕਿਤੇ ਹਿੱਲ ਨਾ ਜਾਵੇ। ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਬਖਸ਼ਿਸ਼ ਹੈ। ਹਾਂਜੀ, ਕਬਹੂ ਨਹੀਂ ਉਤਾਰ ਨਿਹਾਰੀ ਭੀਜੈ ਕਈ ਬਾਰ ਜਲ ਨਾਲ। ਤੇ ਬਸ ਉਹ ਜਦੋਂ ਜਲ ਲਿਆਉਂਦੇ ਆ ਤੇ ਜਲ ਦੇ ਨਾਲ ਸਿਰਪ ਉਹ ਭਿੱਜ ਜਾਂਦਾ ਜੀ, ਗਾਗਰ ਦੇ ਪਾਣੀ ਨਾਲ। ਪਰ ਉਹ ਭਿੱਜ ਜਾਂਦਾ ਜੀ, ਪਰ ਸਾਰੀ ਦਿਹਾੜੀ ਉਤਾਰਦੇ ਨਹੀਂ ਤੇ ਸੇਵਾ ਹੀ ਕਰੀ ਜਾਂਦੇ ਜੀ, ਸੇਵਾ ਹੀ ਕਰੀ ਜਾਂਦੇ ਜੀ। ਇੰਨੀ ਸੇਵਾ ਗੁਰੂ ਅਮਰਦਾਸ ਜੀ ਨੇ ਕੀਤੀ। ਦਾਸ ਬੇਨਤੀ ਕਰੇ, ਜੇ ਕੋਈ 1 ਸਾਲ ਲਗਾਤਾਰ ਇੰਨੀ ਸੇਵਾ ਕਰ ਲੇ ਨਾ, ਕਿਤੇ ਦਾ ਕਿਤੇ ਪਹੁੰਚ ਜਾਵੇ ਜੀ, ਜਿੰਨੀ ਸੇਵਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀਤੀ ਜੀ। ਹਾਂਜੀ, ਬੈਸ ਕਟਤ ਨਿਤ ਪ੍ਰੇਮ ਬਧੈ ਚਿਤ ਤਿਉ ਤਿਉ ਸੇਵੈ ਕਰੈ ਕਿਰਪਾਲ। ਲਓ ਜੀ, ਬਾਬਾ ਅਮਰਦਾਸ ਜੀ ਦੀ ਉਮਰ ਘਟ ਰਹੀ ਹੈ, ਵਾਹਿਗੁਰੂ ਉਮਰ ਵੱਧ ਰਹੀ ਹੈ, ਬਜ਼ੁਰਗੀ ਵੱਲ ਵੱਧ ਰਹੀ ਉਮਰ। ਪਰ ਜਿਉਂ-ਜਿਉਂ ਉਮਰ ਵੱਧ ਰਹੀ ਹੈ, ਤਿਉਂ-ਤਿਉਂ ਪ੍ਰੇਮ ਵੀ ਵੱਧ ਰਿਹਾ ਜੀ, ਤਿਉਂ-ਤਿਉਂ ਪ੍ਰੇਮ ਵੀ ਵੱਧ ਰਿਹਾ ਜੀ। ਬੈਸ ਘਟਤ ਨਿਤ, ਉਮਰ ਜਿਹੜੀ ਹੈ ਦੂਜੇ ਬੰਨਿਓਂ ਘਟ ਰਹੀ ਹੈ, ਨਜ਼ਦੀਕ ਮਿਰਤੂ ਵਾਲਾ ਸਮਾਂ ਆ ਰਿਹਾ, ਪਰ ਅੰਦਰ ਪਿਆਰ ਵੱਧ ਰਿਹਾ ਜੀ। ਹਾਂਜੀ, ਨਰ ਉਪਹਾਸ ਜੇ ਠਾਨਹਿ ਹੈ ਮੂਰਖ ਨਹਿ ਮਾਨਹਿ ਕਰ ਮੌਨ ਬਿਲਾਸ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਵੇਖ ਲਓ ਕਿੰਨੀ ਵੱਡੀ ਜੁਗਤੀ 'ਚ ਲੋਕ ਮਜ਼ਾਕ ਕਰਦੇ ਆ। ਇਹ ਬਜ਼ੁਰਗ ਕੁੜਮਾਂ ਦੇ ਘਰ ਆ ਕੇ ਪਾਣੀ ਢੋ ਰਿਹਾ, ਇਹਨੂੰ ਪਤਾ ਨਹੀਂ ਲੱਗਦਾ। ਲੋਕ ਮਜ਼ਾਕ ਕਰਦੇ ਆ, ਹਾਸਾ ਉਡਾਉਂਦੇ ਆ, ਪਰ ਬਾਬਾ ਅਮਰਦਾਸ ਜੀ ਨਾ ਜੀ ਚੁੱਪੀ ਧਾਰਨ ਕਰੀ ਰੱਖਦੇ ਜੀ, ਚੁੱਪੀ ਧਾਰਨ ਕਰੀ ਰੱਖਦੇ। ਮੇਰੇ ਵਰਗਾ ਹੋਵੇ ਅੱਗੋਂ ਠੋਕਵਾਂ ਜਵਾਬ ਦੇਵੇ ਜੀ। ਹਾਂਜੀ, ਆਖੇ ਤੇਰੀ ਹਿੰਮਤ ਕਿਵੇਂ ਹੋਈ ਸਾਨੂੰ ਗੱਲ ਕਰਨ ਦੀ, ਪਰ ਬਾਬਾ ਜੀ ਚੁੱਪੀ ਧਾਰਨ ਕਰੀ ਰੱਖਦੇ ਜੀ। ਬਸ ਬੜੀ ਵੱਡੀ ਗੱਲ ਜੀ, ਕੋਈ ਬੋਲੇ ਤੇ ਅੱਗੋਂ ਚੁੱਪ ਰਹਿ ਜਾਓ। ਮੈਂ ਆਪਣੀ ਜ਼ਿੰਦਗੀ ਦਾ ਪ੍ਰੈਕਟੀਕਲ ਤੁਹਾਨੂੰ ਦੱਸਦਾ ਜੀ। ਮੈਂ ਕਿਸੇ ਮਹਾਤਮਾ ਦੇ ਨਾਲ ਗਿਆ, ਕਿਸੇ ਦੇ ਘਰ ਵਿੱਚ। ਉਹ ਘਰ ਵਾਲਾ ਆਪ ਤੇ ਬੜਾ ਪ੍ਰੇਮੀ, ਤੇ ਉਹਦਾ ਛੋਟਾ ਭਰਾ ਜਿਹੜਾ ਸੀ ਨਾ ਜੀ, ਉਹ ਬੜਾ ਖਰਾਬ ਸੀਗਾ ਜੀ। ਉਹਨੇ ਉਹਨਾਂ ਮਹਾਂਪੁਰਖਾਂ ਨੂੰ ਬੜਾ ਬੋਲਿਆ ਜੀ, ਘਰ ਆਇਆਂ ਨੂੰ ਬੋਲਿਆ ਜੀ। ਜਿਨ੍ਹਾਂ ਦੇ ਦਰਸ਼ਨਾਂ ਲਈ ਲੋਕ ਜਾਂਦੇ ਨਾ ਜੀ, ਉਹਨਾਂ ਨੂੰ ਘਰ ਆਇਆਂ ਨੂੰ ਬੁਰਾ ਬੋਲਿਆ। ਤੇ ਜਦੋਂ ਘਰ ਆਇਆਂ ਨੂੰ ਬੁਰਾ ਬੋਲਿਆ ਤੇ ਨਾਲ ਦੇ ਸਿੰਘ ਸਾਰੇ ਤਿਆਰ ਬਰ ਤਿਆਰ ਕਹਿਣ ਲੱਗੇ ਆਪਾਂ ਹੁਣੇ ਗੱਲ ਕਰੀਏ। ਉਹ ਮਹਾਂਪੁਰਖ ਕਹਿੰਦੇ ਚੁੱਪ ਕਰੋ, ਜੇ ਅਸੀਂ ਬੋਲ ਪਏ ਨਾ ਤੇ ਰੱਬ ਨੇ ਨਹੀਂ ਬੋਲਣਾ, ਇਹ ਰੱਬ ਨੂੰ ਬੋਲਣ ਦਿਓ। ਗੱਜ ਕੇ ਆਖੋ ਵਾਹਿਗੁਰੂ। ਕੋਈ ਕੁਝ ਵੀ ਆਖੇ, ਬੰਦਾ ਚੁੱਪ ਰਹਿ ਕੇ ਸਮਾਂ ਕੱਢ ਲੇ। ਕਹਿੰਦੇ ਜਿੱਥੇ 1 ਚੁੱਪ 100 ਸੁੱਖ। ਹਾਂਜੀ, ਭਾਉ ਭਗਤ ਮਹਿ ਜਾਗੈ ਹੈ ਨਿਤ ਪ੍ਰਤ ਸੋਇਓ ਜੇ ਜਗ ਕੇ ਜੰਜਾਲ। ਬਸ ਪ੍ਰੇਮਾ ਭਗਤੀ ਹੋਰ ਵੱਧਦੀ ਜਾ ਰਹੀ ਹੈ, ਪ੍ਰੇਮਾ ਭਗਤੀ ਹੋਰ ਵੱਧਦੀ ਜਾ ਰਹੀ ਹੈ। ਇੱਕ ਇਹ ਵੀ ਗੱਲ 'ਚ ਇਸ ਰਸਤੇ ਤੇ ਜਦੋਂ ਲੋਕ ਗੱਲਾਂ ਕਰਨ ਲੱਗ ਪਏ ਨਾ, ਸਮਝੋ ਬੰਦੇ ਦੀ ਤਰੱਕੀ ਹੋਣੀ ਸ਼ੁਰੂ ਹੋ ਗਈ ਜੀ, ਤਰੱਕੀ ਹੋਣੀ ਸ਼ੁਰੂ ਹੋ ਗਈ ਜੀ।
ਤੇ ਨਿਤਾ ਪ੍ਰਤੀ ਪ੍ਰੇਮ ਜਾਗੀ ਜਾ ਰਿਹਾ, ਜਗਤ ਦੇ ਜੰਜਾਲ ਛੁੱਟੀ ਜਾ ਰਹੇ ਹੈ। ਹਾਂਜੀ। ਬਸਤਰ ਫਟਤ ਤਨ ਦੁਰਬਲ ਹੋਇਓ, ਗੁਰ ਅਨੁਰਾਗ ਤਰੇ ਰੰਗ ਲਾਲ। ਬਸ ਇੱਥੋਂ ਤੱਕ ਸੇਵਾ ਦਾ ਪ੍ਰੇਮ ਮਨ ਚ ਜਾਗਿਆ, ਕੱਪੜਿਆਂ ਦਾ ਵੀ ਧਿਆਨ ਨਹੀਂ ਰੱਖਦੇ ਜੀ। ਹਾਂਜੀ, ਕੱਪੜਿਆਂ ਦਾ ਤਾਂ ਧਿਆਨ ਉਹ ਰੱਖੇ ਜਿਹੜਾ ਵਿਹਲਾ ਹੋਵੇ ਜੀ, ਜਿਹਦੇ ਕੋਲ ਸਮਾਂ ਹੀ ਨਹੀਂ ਹੈਗਾ ਜੀ ਕੱਪੜਿਆਂ ਦਾ ਧਿਆਨ ਰੱਖਣ ਦਾ, ਉਹਨੇ ਕੀ ਰੱਖਣਾ ਜੀ। ਗੁਰੂ ਘਰ ਵਿੱਚ ਰਹਿੰਦੇ ਆ, ਸੇਵਾ ਕਰਦੇ ਆ, ਕਦੀ ਕਿਸੇ ਨਾਲ ਗੱਲ ਨਹੀਂ ਕਰਦੇ। ਬਸਤਰ ਫਟਣ ਵਾਲੇ ਆ, ਪਰ ਗੁਰੂ ਦੇ ਪਿਆਰ ਦਾ ਰੰਗ ਹੋਰ ਚੜ ਗਿਆ ਜੀ। ਹਾਂਜੀ। ਤ੍ਰਿਤੀ ਬਰਖ ਮੈਂ ਸ਼੍ਰੀ ਗੁਰ ਅੰਗਦ, ਤ੍ਰਿਤੀ 1.5 ਗਜ ਦੀਨੋ ਚੀਰ। ਗੱਜ ਕੇ ਆਖੋ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। 1 ਸਾਲ ਸੇਵਾ ਕਰਦਿਆਂ ਲੰਘ ਗਿਆ, 2 ਸਾਲ ਲੰਘ ਗਏ, 3ਜਾ ਸਾਲ ਚੜ ਗਿਆ, 3ਜਾ ਸਾਲ ਵੀ ਪੂਰਾ ਹੋ ਗਿਆ ਜੀ। ਤੇ ਪਿਆਰਿਓ, 3 ਸਾਲਾਂ ਵਿੱਚ ਕੋਈ ਨਾਗਾ ਨਹੀਂ ਤੇ ਕੋਈ ਛੁੱਟੀ ਨਹੀਂ ਵੀ ਮੈਂ ਮਹਾਰਾਜ ਘਰ ਜਾਣਾ। ਗੱਜ ਕੇ ਆਖੋ ਵਾਹਿਗੁਰੂ। ਕਿੰਨਾ ਵੱਡਾ ਪਿਆਰ ਗੁਰੂ ਅੰਗਦ ਦੇਵ ਮਹਾਰਾਜ ਨਾਲ। ਕੋਈ ਨਾਗਾ ਨਹੀਂ, ਕੋਈ ਛੁੱਟੀ ਨਹੀਂ। 3 ਸਾਲ ਪੂਰੇ ਹੋ ਗਏ ਤੇ 3ਜੇ ਸਾਲ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ 1.5 ਗਜ ਦਾ ਬਸਤਰ ਦਿੱਤਾ ਜੀ, ਸਰੋਪਾ ਦਿੱਤਾ ਜੀ। ਹਾਂਜੀ। ਨਹਿ ਬੋਲਹਿ ਤੇ ਸੰਗ ਕਿਛ, ਬੈਠੇ ਹੈ ਦੂਰ ਜੇ ਹੋਵੈ ਤੀਰ। ਬਸ ਉਹ ਰੱਖ ਲਿਆ ਜੀ, ਉੱਤੇ ਸਜਾ ਲਿਆ, ਉੱਤੇ ਰੱਸੀ ਸਜਾ ਲਈ। ਹਰ ਰੋਜ਼ ਗੁਰੂ ਸਾਹਿਬ ਦੇ ਦਿੱਤੇ ਸਰੋਪੇ ਸਜਾਉਂਦੇ ਆ, ਉੱਤੇ ਰੱਸੀ ਸਜਾ ਲੈਂਦੇ ਆ ਤੇ ਬੋਲਦੇ ਨਹੀਂ ਕਿਸੇ ਨਾਲ ਜੀ, ਦੂਰ ਹੋ ਕੇ ਬੈਠਦੇ ਆ। ਮੈਨੂੰ ਨਾ ਜੀ ਇੱਕ ਪ੍ਰੇਮੀ ਦਰਬਾਰ ਸਾਹਿਬ ਬੜੇ ਚਿਰ ਦਾ ਜਾਂਦਾ ਸੀਗਾ, ਤੇ ਮੈਨੂੰ ਕਹਿਣ ਲੱਗਾ ਜੀ ਤੁਸੀਂ ਦਰਬਾਰ ਸਾਹਿਬ ਆਉਂਦੇ ਹੋ, ਪਰ ਇੱਕ ਗੱਲ ਦਾ ਧਿਆਨ ਰੱਖਿਓ, ਯਾਰੀ ਨਾ ਪਾਇਓ ਕਿਸੇ ਨਾਲ। ਮੈਂ ਕਿਹਾ ਜੀ ਕੀ ਗੱਲ? ਕਹਿਣ ਲੱਗਾ ਜਦੋਂ ਯਾਰੀਆਂ ਪਾ ਲਈਏ ਨਾ ਆ ਕੇ, ਤੇ ਫਿਰ ਗੁਰੂ ਰਾਮਦਾਸ ਜੀ ਵੱਲੋਂ ਧਿਆਨ ਹਟ ਜਾਂਦਾ ਤੇ ਯਾਰਾਂ ਵੱਲ ਜ਼ਿਆਦਾ ਹੋ ਜਾਂਦਾ। ਮੈਂ ਕਿਹਾ ਜੀ ਗੱਲ ਤੇ ਤੁਹਾਡੀ ਸੱਚੀ ਹੈ, ਗੁਰੂ ਰਾਮਦਾਸ ਜੀ ਵੱਲੋਂ ਧਿਆਨ ਹਟ ਜਾਂਦਾ। ਫਿਰ ਨਹਿ ਬੋਲੇ ਤੇ ਸੰਗ ਕਬਹਿ ਕੁਛ, ਬੈਠੇ ਹੈ ਦੂਰ ਕੇ ਹੋਵਹਿ ਤੀਰ। ਕਿਸੇ ਨਾਲ ਗੱਲ ਨਹੀਂ ਕਰਦੇ ਗੁਰੂ ਅਮਰਦਾਸ ਜੀ। ਉਧਰ ਗੁਰੂ ਅੰਗਦ ਦੇਵ ਸਾਹਿਬ ਵੀ ਬਾਬਾ ਅਮਰਦਾਸ ਜੀ ਨਾਲ ਨਹੀਂ ਗੱਲ ਕਰਦੇ, ਵੀ ਦੂਰ ਬੈਠ ਜਾਣ ਨੇੜੇ ਬੈਠ ਜਾਣ, ਕਦੀ ਗੱਲ ਨਹੀਂ ਕੀਤੀ ਵਾਧੂ। ਹਾਂਜੀ। ਹਾਥ ਚਰਨ ਜੁਗ ਭਏ ਬਿਬਰਨੇ, ਫਟੇ ਮਾਸ ਲਾਗੇ ਜਲ ਸੀਰ। ਬਸ ਹੱਥ ਪੈਰ ਦੋਵੇਂ ਹੋਰ ਰੰਗ ਦੇ ਹੋ ਗਏ ਜੀ, ਮਹਾਰਾਜ ਦੇ ਹੱਥ ਵੀ ਤੇ ਚਰਨ ਵੀ। ਕਿਉਂ? ਖੁਰਾਕ ਸਰੀਰ ਦੀ ਨਾ ਮਿਲਣੀ, ਖੇਚਲ ਬੜੀ ਹੈ, ਆਤਮਾ ਨੂੰ ਰੰਗ ਚੜਿਆ ਪਿਆ। ਠੰਡਾ ਜਲ ਲੱਗਦਾ ਤੇ ਚਰਨਾਂ ਦਾ ਮਾਸ ਜਿਹੜਾ ਉਹ ਫਟ ਗਿਆ ਮਹਾਰਾਜ ਬਾਬਾ ਅਮਰਦਾਸ ਜੀ ਦਾ। ਹਾਂਜੀ। ਤਉ ਨਾ ਮਨ ਮਹਿ ਫੁਰੈ ਔਰ ਬਿਦ, ਇੱਕ ਸੇਵਾ ਕੇ ਤਤਪਰ ਧੀਰ। ਪਰ ਸੰਗਤ ਜੀ ਕਮਾਲ ਦੀ ਗੱਲ ਹੈ, ਪੈਰਾਂ ਦਾ ਮਾਸ ਜਿਹੜਾ ਚਰਨਾਂ ਦਾ ਉਹ ਫਟ ਗਿਆ, ਪਰ ਫਿਰ ਵੀ ਮਨ 'ਚ ਕੋਈ ਫੁਰਨਾ ਨਹੀਂ ਲਿਆਉਂਦੇ ਜੀ, ਕੋਈ ਫੁਰਨਾ ਨਹੀਂ ਫੁਰ। ਹਰ ਸਮੇਂ ਬੜੇ ਧੀਰਜ ਨਾਲ ਬਾਬਾ ਅਮਰਦਾਸ ਜੀ ਸੇਵਾ ਕਰੀ ਜਾਂਦੇ ਜੀ। ਹਾਂਜੀ। ਜਾਮ ਜਾਮਨੀ ਜਾਗੈ ਹੈ ਆਨੈ ਹੈ, ਜਲ ਕੋ ਕਲਸ ਕਰਾਏ ਇਸ਼ਨਾਨ। ਜਦੋਂ ਇੱਕ ਪਹਿਰ ਰਾਤ ਰਹਿੰਦਾ ਹੈ, ਮਹਾਰਾਜ ਨੂੰ ਇਸ਼ਨਾਨ ਕਰਾਉਣਾ ਹੁੰਦਾ, ਪਹਿਲਾਂ ਹੀ ਜਾਗ ਜਾਂਦੇ ਬਾਬਾ ਅਮਰਦਾਸ ਜੀ। ਜਾਂਦੇ ਪੈਦਲ ਚੱਲ ਕੇ ਦਰਿਆ ਵੱਲ ਜੀ, ਸਮੇਤ ਚੁੱਬਾ ਮਾਰਦੇ ਆਪਣੇ ਸਮੇਤ। ਜਦੋਂ ਗਾਗਰ ਭਰ ਜਾਂਦੀ ਤਾਂ ਉੱਠ ਜਾਂਦੇ ਆ ਤੇ ਲਿਆ ਕੇ ਵਾਹਿਗੁਰੂ ਵਾਹਿਗੁਰੂ ਜਪਦਿਆਂ ਗੁਰੂ ਅੰਗਦ ਸਾਹਿਬ ਜੀ ਦਾ ਇਸ਼ਨਾਨ ਕਰਾਉਂਦੇ ਜੀ। ਤੇ ਇਹ ਵੀ ਨਹੀਂ ਵੀ ਗੁਰੂ ਅੰਗਦ ਸਾਹਿਬ ਉਦੋਂ ਗੱਲਬਾਤ ਕਰਦੇ, ਨਹੀਂ, ਮਹਾਰਾਜ ਇਸ਼ਨਾਨ ਹੀ ਕਰਦੇ ਬਸ। ਹਾਂਜੀ। ਚਰਨ ਪਖਾਰੈ ਹੈ ਬਸਤਰ ਪਖਾਰੈ, ਪੁਨ ਪਰਮੇਸ਼ਰ ਸਿਮਰਨ ਠਾਨ। ਚਰਨ ਧੋਂਦੇ ਆ, ਬਸਤਰਾਂ ਨੂੰ ਸਾਫ਼ ਕਰਦੇ ਆ, ਤੇ ਫਿਰ ਕੀ ਕਰਦੇ ਬਾਬਾ ਅਮਰਦਾਸ ਜੀ? ਕੱਲੇ ਬੈਠ ਕੇ ਜਪਦੇ ਵਾਹਿਗੁਰੂ 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 ਵਾਹਿਗੁਰੂ। ਫਿਰ ਇਕੱਲੇ ਬਹਿ ਕੇ ਭਜਨ ਕਰਦੇ, ਨਾਮ ਜਪਦੇ।
ਹਾਂਜੀ। ਬਹੁਤ ਦੇਗ ਹਿਤ ਨੀਰ ਘਟਾ ਪਰ ਚਹੀਏ ਜਿਤਕ ਤਿਤਕ ਦੇ ਆਨ। ਕਮਾਲ ਦੀ ਗੱਲ ਹੈ, ਬਜ਼ੁਰਗੀ ਦੀ ਅਵਸਥਾ ਤੇ ਲੰਗਰ ਵਾਸਤੇ ਘੜੇ ਪਾਣੀ ਦੇ ਭਰ ਭਰ ਕੇ ਲਿਆ ਕੇ ਰੱਖਦੇ ਜੀ। ਪਹਿਲੇ ਸਮੇਂ ਸੇਵਾ ਬੜੀ ਮੁਸ਼ੱਕਤ ਸੀਗੀ ਜੀ, ਬੜੀ ਮੁਸ਼ੱਕਤ ਵਾਲੀ ਸੀਗੀ ਜੀ। ਹਾਂਜੀ। ਸਮਧਾ ਆਨ ਹੈ ਜਾਰਨ ਠਾਨੈ ਪੁਨ ਪੰਕਤ ਜੁਤ ਕਰਹੀ ਖਾਨ। ਫਿਰ ਲੱਕੜੀਆਂ ਲਿਆਉਂਦੇ ਆ, ਅੱਗ ਬਾਲਦੇ ਆ, ਸਾਰੀ ਸੇਵਾ ਕਰਕੇ ਫਿਰ ਲੰਗਰ ਵਿੱਚ ਬੈਠ ਕੇ ਪ੍ਰਸ਼ਾਦਾ ਛਕਦੇ ਜੀ। ਪ੍ਰਸ਼ਾਦਾ ਵੀ ਬਹੁਤਾ ਨਹੀਂ ਛਕਦੇ ਜੀ, ਬੜਾ ਥੋੜਾ ਛਕਦੇ ਆ। ਹਾਂਜੀ। ਪਾਤਰ ਸੁਧਾਰੈ ਸਤਿਗੁਰ ਕੀ ਸਭ ਗਰਮੀ ਵੇਖੈ ਸੋ ਹਾਂਕਾ ਹੈ ਪੌਨ। ਤੇ ਮਹਾਰਾਜ ਦੇ ਬਰਤਨ ਜਿਹੜੇ ਆ ਗੁਰੂ ਅੰਗਦ ਦੇਵ ਸਾਹਿਬ ਦੇ, ਉਹਨਾਂ ਨੂੰ ਸੁਧਾਰਦੇ ਆ, ਮਾਂਜਦੇ ਆ। ਤੇ ਗਰਮੀਆਂ ਵਿੱਚ ਕਿਹੜੀ ਸੇਵਾ ਕਰਦੇ? ਪੱਖਾ ਚੱਲਦੇ ਮਹਾਰਾਜ ਨੂੰ। ਵੇਖ ਲਓ ਬਜ਼ੁਰਗ ਅਵਸਥਾ, ਦਾੜਾ ਚਿੱਟਾ, ਸਰੀਰ ਕਮਜ਼ੋਰ। ਮਹਾਰਾਜ ਦਾ ਕੱਦ ਵੀ ਮੱਧਰਾ ਸੀਗਾ ਜੀ, ਸ੍ਰੀ ਗੁਰੂ ਅਮਰਦਾਸ ਜੀ ਦਾ। ਤੇ ਬੜੇ ਪਿਆਰ ਨਾਲ ਪੱਖਾ ਚੱਲਦੇ ਜੀ। ਹਾਂਜੀ। ਜਬ ਜਲ ਪਾਨ ਕਰੈ ਲੈ ਆਵੈ ਸੇਜ ਸੁਧਾਰੈ ਹਿਤ ਗੁਰ ਸੌਨ। ਇਹ ਵੇਖ ਲਓ ਚਾਅ ਹੁੰਦੇ ਸੰਗਤ ਜੀ, ਕਈਆਂ ਨੂੰ ਕਹਿ ਕੇ ਕੰਮ ਕਰਾਉਣਾ ਪੈਂਦਾ, ਕਈ ਆਪੇ ਹੀ ਕਰੀ ਜਾਂਦੇ ਜੀ, ਆਪੇ ਹੀ ਕਰੀ ਜਾਂਦੇ। ਸਾਧ ਸੰਗਤ ਆਪੇ ਹੀ। ਮਹਾਰਾਜ ਨੇ ਜਲ ਪਾਣੀ ਛਕਣ ਜਦੋਂ ਜਾਣਾ ਨਾ ਜੀ, ਤੇ ਪਤਾ ਕੀ ਕਰਨਾ ਜੀ ਇਹਨਾਂ ਨੇ ਉਸੇ ਵੇਲੇ ਹੀ ਮਹਾਰਾਜ ਦਾ ਬਿਸਤਰਾ ਸਾਫ਼ ਕਰਨ ਲੱਗ ਪੈਣਾ ਜੀ। ਮਹਾਰਾਜ ਨੇ ਆਉਣਾ ਹੈ, ਸਾਫ਼ ਆਸਣ ਤੇ ਗੁਰੂ ਸਾਹਿਬ ਨੂੰ ਬਿਠਾਉਣਾ। ਹੁਣ ਇਹ ਕਹਿਣ ਦੀ ਲੋੜ ਨਾ ਪਵੇ, ਸੇਵਾਦਾਰ ਆਪੇ ਹੀ ਕੰਮ ਕਰੀ ਜਾਣ ਤੇ ਕਿੰਨਾ ਵਧੀਆ ਜੀ। ਤੀਜਾ ਸਾਲ ਬਤੀਤ ਹੋ ਗਿਆ, ਚੌਥੇ ਸਾਲ ਫਿਰ ਸਰੋਪਾ ਦਿੱਤਾ ਮਹਾਰਾਜ ਨੇ। ਪੰਜਵੇਂ ਸਾਲ, ਛੇਵੇਂ ਸਾਲ, ਸੱਤਵੇਂ ਸਾਲ, ਅੱਠਵੇਂ ਸਾਲ, ਨੌਵੇਂ ਸਾਲ, 10ਵੇਂ ਸਾਲ, 10 ਸਾਲ ਹੋ ਗਏ ਜੀ। ਪਰ ਪਿਆਰਿਓ ਇਹ ਗੱਲ ਪੱਕੀ ਕਰ ਲੋ, 10 ਸਾਲਾਂ ਵਿੱਚ ਕੋਈ ਨਾਗਾ ਨਹੀਂ ਜੀ, ਕੋਈ ਨਾਗਾ ਨਹੀਂ ਜੀ। ਇੱਕ ਗੁਰਮੁਖ ਨਾ ਜੀ 10 ਸਾਲ 110 ਪਾਠ ਜਪਜੀ ਸਾਹਿਬ ਦੇ ਰੋਜ਼ ਕਰਦਾ ਹੁੰਦਾ ਸੀਗਾ ਜੀ। 10 ਸਾਲ ਲਗਾਤਾਰ ਉਹਨੇ ਨੇਮ ਕੀਤਾ, 110 ਸਾਲ ਦੀ। ਤੇ ਇੰਨੀ ਬਾਣੀ ਰੋਜ਼ ਪੜ੍ਹਨੀ ਜੀ। 10 ਸਾਲ 110 ਪਾਠ ਰੋਜ਼ ਦੇ ਕਰਦਾ, ਹਿਸਾਬ ਲਾ ਲਓ ਕਿੰਨੇ ਹੋ ਗਏ ਜੀ। ਤੇ ਬਾਅਦ ਵਿੱਚ ਨਾ ਜੀ ਉਹਦੀ ਰਸਨਾ ਵਿੱਚ ਇੰਨੀ ਤਾਕਤ ਆ ਗਈ, ਜਿਹਦੇ ਬਾਰੇ ਜੋ ਬਚਨ ਕਰੇ ਉਹ ਪੂਰਾ ਹੋਇਆ ਕਰੇ ਜੀ। ਤੇ 10 ਸਾਲ ਬਾਬਾ ਅਮਰਦਾਸ ਦੀ ਸੇਵਾ ਕਰਦੇ ਰਹੇ ਜੀ। ਤੇ 10 ਸਾਲ 10 ਸਰੋਪੇ ਮਿਲੇ ਜੀ। ਹਾਂਜੀ। ਬਰਖ ਇਕਾਦਸ਼ ਸੇਵਾ ਕੀਨਸ ਦੀਏ ਰੋਮਾਲ ਇਕਾਦਸ਼ ਪਾਨ। ਤੇ 11ਵੇਂ ਸਾਲ ਵੀ ਸੇਵਾ ਕਰਦੇ ਰਹੇ। ਲੋਕਾਂ ਨੇ ਬੜੀਆਂ ਗੱਲਾਂ ਕੀਤੀਆਂ ਹੋਣਗੀਆਂ 11 ਸਾਲਾਂ ਵਿੱਚ, ਪਰ ਧਿਆਨ ਹੀ ਨਹੀਂ ਦਿੱਤਾ ਜੀ। ਤੇ ਜਦੋਂ 11 ਸਾਲ ਪੂਰੇ ਹੋ ਗਏ, ਮਹਾਰਾਜ ਨੇ ਫਿਰ 11ਵਾਂ ਸਰੋਪਾ ਦਿੱਤਾ ਸੱਚੇ ਪਾਤਸ਼ਾਹ ਜੀ ਨੇ। ਹਾਂਜੀ। ਸੋ ਸਗਰੇ ਸਿਰ ਪਰ ਕਰ ਬੰਧਨ ਰਸਰੀ ਸੰਗ ਸਰੋ ਦ੍ਰਿੜਤਾ ਠਾਨ। ਹਰ ਰੋਜ਼ ਬਾਬਾ ਅਮਰਦਾਸ ਜੀ ਇਸ਼ਨਾਨ ਪਾਨ ਕਰਦੇ ਤੇ 11 ਦੇ 11 ਸਰੋਪੇ ਸੀਸ ਤੇ ਸਜਾ ਲੈਂਦੇ ਜੀ। ਇੱਕ ਵੀ ਸਰੋਪਾ ਨਹੀਂ ਕਰ ਰੱਖਦੇ। ਕਿਉਂ? ਮੇਰੇ ਸਤਿਗੁਰੂ ਮੇਰੇ ਪਰਮੇਸ਼ਰ ਨੇ ਆਪਣੇ ਹੱਥਾਂ ਨਾਲ ਦਿੱਤੇ ਆ ਮੈਨੂੰ। ਉੱਤੇ ਰੱਸੀ ਬੰਨ੍ਹ ਲੈਣੀ ਜੀ, ਖੁੱਲਣ ਨਾ। ਹਾਂਜੀ। ਬੜੋ ਮੁਕਟ ਤਿਨ ਕੋ ਤਬ ਹੋਇਓ ਦਿਨ ਪ੍ਰਤ ਪੀਗੈ ਹੈ ਨੀਰ ਮਹਾਨ। ਕਵੀ ਸੰਤੋਖ ਸਿੰਘ ਜੀ ਕਹਿੰਦੇ ਵੀ ਜਦੋਂ 10 11 ਸਰੋਪੇ ਸੀਸ ਤੇ ਵੱਜ ਜਾਣਗੇ, ਤੁਸੀਂ ਵੇਖੋ ਵੀ ਵੱਡਾ ਮੁਕਟ ਬਣ ਜਾਏਗਾ। ਪਰ ਵੱਡੀ ਗੱਲ, ਜਦੋਂ ਗਾਗਰ ਜਲ ਦੀ ਲੈ ਕੇ ਆਉਂਦੇ ਸੀ ਨਾ, 11 ਦੇ 11 ਹੀ ਭਿੱਜ ਜਾਂਦੇ ਸਨ। ਗੱਜ ਕੇ ਆਖੋ ਵਾਹਿਗੁਰੂ। ਪਰ ਉਹ ਉਸੇ ਤਰ੍ਹਾਂ ਸੇਵਾ ਕਰਦੇ ਰਹਿਣਾ ਜੀ। ਹਾਂਜੀ। ਬਹੁ ਪਪੀਲ ਕਾ ਬਾਸਾ ਕੀਨਸ ਅਪਰ ਜੀਵ ਉਪਜੇ ਤਿਸ ਥਾਨ। ਤੇ ਪਿਆਰਿਓ ਲੋਕ ਹਾਸੋਹੀਣੀਆਂ ਗੱਲਾਂ ਕਰਦੇ, ਕਹਿੰਦੇ ਬਾਪੂ ਕਿਰਮ ਪੈ ਜਾਣਗੇ ਸਿਰ 'ਚ। ਗੱਜ ਕੇ ਆਖੋ ਵਾਹਿਗੁਰੂ। ਸੇਵਾ ਵਾਲਿਆਂ ਨੂੰ ਨਹੀਂ ਪੈਂਦੇ ਹੁੰਦੇ ਜੀ। ਹਾਂਜੀ। ਲੋਕਾਂ ਨੇ ਇਹੋ ਜਿਹੀਆਂ ਹਾਸੋਹੀਣੀਆਂ ਗੱਲਾਂ ਕਰਨੀਆਂ, ਪਰ ਇਹਨਾਂ ਨੇ ਧਿਆਨ ਹੀ ਨਾ ਦੇਣਾ ਜੀ। ਬਸ ਇਸ ਗੱਲ ਦਾ ਧਿਆਨ ਰੱਖਿਓ, ਜਦੋਂ ਤੁਸੀਂ ਲੋਕਾਂ ਦੀਆਂ ਗੱਲਾਂ ਸੁਣੀਆਂ ਤੇ ਧਿਆਨ ਦਿੱਤਾ, ਮਨ ਨੇ ਤੇ ਢਿੱਲੇ ਪੈ ਜਾਣਾ ਜੀ। ਹਾਂਜੀ।
ਜਬ ਕੇ ਦਏ ਸੀਸ ਪਰ ਬਾਂਧੇ ਬਹੁਰ ਨਾ ਤਰੇ ਉਤਾਰਨ ਕੀਨ। ਬਸ ਉਹ ਸਿਰ ਸੀਸ ਤੋਂ ਨਹੀਂ ਉਤਾਰਦੇ ਸਰੋਪੇ ਦੀ ਛੇਤੀ। ਹਾਂਜੀ। ਕਰਤ ਰਹਿਤ ਦਿਨ ਪ੍ਰਤ ਦ੍ਰਿੜ ਤਿਨ ਕੋ ਰੈਨ ਦੇਵਸ ਮਨ ਪ੍ਰੇਮ ਪ੍ਰਬੀਨ। ਬਸ ਉਹ ਰੱਸੀ ਬੰਨ ਕੇ ਸਜਾ ਲੈਣਾ, ਮਨ 'ਚ ਪ੍ਰੇਮ ਰੱਖਣਾ, ਸੇਵਾ ਕਰਦੇ ਰਹਿਣਾ, ਗੱਲ ਕਿਸੇ ਨਾ ਕਰਨੀ ਨਹੀਂ। ਸਰੀਰ ਕਮਜ਼ੋਰ ਹੋ ਰਿਹਾ, ਉਮਰ ਵੱਡੀ ਹੋ ਰਹੀ ਹੈ ਤੇ ਤੇਜ ਪ੍ਰਤਾਪ ਅੰਦਰੋਂ ਵੱਧ ਰਿਹਾ ਜੀ। ਹਾਂਜੀ। ਅਪਰ ਬਾਸ ਨਾ ਰਹੀ ਨਾ ਕੋ ਚਰਨ ਕਮਲ ਸਿਮਰਤ ਹੋਏ ਲੀਨ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਸੇਵਾ ਕਰੀ ਜਾਓ, ਕਰੀ ਜਾਓ ਪਿਆਰਿਓ। ਸੇਵਾ ਕਰਦਿਆਂ ਕਰਦਿਆਂ ਇੱਕ ਦਿਨ ਐਸਾ ਆ ਜਾਏਗਾ ਜਦੋਂ ਹਿਰਦੇ ਵਿੱਚ ਮੰਗ ਹੀ ਕੋਈ ਨਹੀਂ ਰਹੇਗੀ ਜੀ। ਇੱਕ ਦਿਨ ਐਸਾ ਆਏਗਾ। ਨਾਮ ਜਪੋ। ਮੈਂ ਕਹਿੰਦਾ ਰੋਜ਼ 10 ਮਿੰਟ ਹੀ ਕੋਈ ਬੈਠ ਕੇ ਵਾਹਿਗੁਰੂ ਵਾਹਿਗੁਰੂ ਰਸਨਾ ਨਾਲ ਜਪੇ, ਸੇਵਾ ਕਰੇ, ਨਾਗਾ ਨਾ ਪਾਵੇ, ਗੁਰੂ ਸਾਹਿਬ ਦੇ ਚਰਨਾਂ ਤੇ ਭਰੋਸਾ ਰੱਖੇ। ਸਮਾਂ ਐਸਾ ਆਏਗਾ ਮਨ ਕਹੇਗਾ ਮੈਨੂੰ ਹੁਣ ਕੁਝ ਨਹੀਂ ਚਾਹੀਦਾ। ਇਹਨੂੰ ਪਤਾ ਕੀ ਕਹਿੰਦੇ ਜੇ? ਇਹਨੂੰ ਕਹਿੰਦੇ ਸੇਵਾ ਕਰਦਿਆਂ ਕਰਦਿਆਂ ਸੰਤੋਖ ਆਉਣਾ। ਅਪਰ ਬਾਸਨਾ ਰਹੀ ਨਾ ਕਉ। ਬਾਬਾ ਅਮਰਦਾਸ ਜੀ ਦੇ ਮਨ ਵਿੱਚ ਹੁਣ ਕੋਈ ਇੱਛਾ ਨਹੀਂ ਰਹੀ। ਜੇ ਕੋਈ ਕੰਮ ਕਰਦੇ ਆ ਚਰਨ ਕਮਲ ਸਿਮਰਤ ਹੋਏ ਲੀਨ। ਹੁਣ ਪਿਆਰਿਓ ਪਹਿਲਾਂ ਤੇ ਬੈਠ ਕੇ ਵਾਹਿਗੁਰੂ ਵਾਹਿਗੁਰੂ ਜਪਦੇ ਸਨ, ਧਿਆਨ ਜੁੜਦਾ ਸੀ। ਹੁਣ ਤੇ ਤੁਰਦਿਆਂ ਫਿਰਦਿਆਂ ਵੀ ਵਾਹਿਗੁਰੂ ਦੇ ਵਿੱਚ ਹੀ ਧਿਆਨ ਰਹਿੰਦਾ ਹੈ। ਤੁਰਦਿਆਂ ਫਿਰਦਿਆਂ ਵੀ ਹੁਣ ਤੇ ਭਾਵੇਂ ਗਾਗਰ ਲੈਣ ਜਾਣ, ਜਲ ਲੈਣ ਜਾਣ, ਬਸਤਰ ਸੁਕਾਉਣ, ਬਸਤਰ ਧੋਣ, ਮਹਾਰਾਜ ਦਾ ਬਿਸਤਰਾ ਸਹੀ ਕਰਨ, ਪਿਆਰਿਓ ਅੰਦਰੋਂ ਨਾਮ ਨਹੀਂ ਵਿਸਰਦਾ। ਅੰਦਰੋਂ ਇੱਕ ਟਿਕੇ ਲੱਗੀ ਹੈ ਵਾਹਿਗੁਰੂ 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 ਵਾਹਿਗੁਰੂ। ਕਿੱਡੀ ਵੱਡੀ ਕਿਰਪਾ। ਤੇ ਮੈਨੂੰ ਮਾਫ ਕਰਿਓ, ਇਹ ਤੇ ਸਤਿਗੁਰੂ ਨੇ। ਸਤਿਗੁਰੂ ਦੀ ਗੱਲ ਨਹੀਂ ਮੈਂ ਕਰਦਾ। ਆਪਣੇ ਵੱਲ ਵੇਖੀਏ, ਸਾਨੂੰ ਲੱਗਿਆਂ ਨੂੰ ਕਿੰਨੇ ਸਾਲ ਹੋ ਗਏ ਹੈ, ਉਮਰਾਂ ਲੰਘ ਗਈਆਂ, ਪਰ ਮਨ ਦੀ ਤਰੱਕੀ ਕਿੱਥੇ ਹੈ? ਬਾਬਾ ਅਮਰਦਾਸ ਜੀ ਦਾ ਤੇ 8 ਪਹਿਰ ਹੀ ਸਿਮਰਨ ਦੇ ਵਿੱਚ ਲੀਨ ਹੋਣ ਲੱਗ ਪਏ। ਪਰ ਪਿਆਰਿਓ ਅਸੀਂ ਆਪਣੇ ਬਾਰੇ ਸੋਚ ਲਈਏ, 8 ਪਹਿਰ ਤੇ ਛੱਡੋ, ਜਦੋਂ 1 ਘੰਟਾ ਬੈਠ ਕੇ ਵਾਹਿਗੁਰੂ ਵਾਹਿਗੁਰੂ ਬੋਲਣਾ ਉਦੋਂ ਵੀ ਮਨ ਨਹੀਂ ਟਿਕਦਾ ਜੀ। ਬੜੀ ਵੱਡੀ ਅਵਸਥਾ ਬਣ ਗਈ ਸੇਵਾ ਕਰਦਿਆਂ ਕਰਦਿਆਂ। ਹਾਂਜੀ। ਕਹਿਨ ਸੁਨਨ ਕਹੇ ਸੋਨਾ ਕਰ ਹੈ ਕਬ ਇੱਕ ਸੇਵਾ ਕੇ ਤਤਪਰ ਭੀਨ। ਬਸ ਮੈਂ ਫਿਰ ਬੇਨਤੀ ਕਰਨ ਲੱਗਾ ਪਿਆਰਿਓ, ਇਸ ਗੱਲ ਦਾ ਧਿਆਨ ਰੱਖ ਲਿਓ। ਬਾਬਾ ਅਮਰਦਾਸ ਜੀ ਸੇਵਾ ਕਰਦੇ ਆ, 11 ਸਾਲ ਹੋ ਗਏ, ਕਦੇ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ। ਮੈਂ ਕਹਿੰਦਾ ਇੱਥੇ ਸਾਲ ਬੰਦਾ ਰਹਿਣ ਲੱਗ ਪਏ ਨਾ, ਦੂਜੇ ਦੀਆਂ ਸ਼ਿਕਾਇਤਾਂ ਲਾਉਣ ਲੱਗ ਪੈਂਦਾ ਜੀ। ਸਾਲ ਛੱਡੋ, 6 ਮਹੀਨੇ ਬੰਦਾ ਰਹਿਣ ਲੱਗ ਪਏ, ਉਹ ਸੋਚਦਾ ਮੈਂ ਇਹਨੂੰ 0 ਕਰਕੇ ਆਪ ਹੀਰੋ ਬਣ ਜਾਵਾਂ ਜੀ। ਇਹੋ ਜਿਹੀਆਂ ਗੱਲਾਂ ਬੜੀਆਂ ਆਉਂਦੀਆਂ ਕਿਉਂ ਨੇ? ਕਿਉਂਕਿ ਮਨ ਨੂੰ ਜਨਮਾਂ ਜਨਮਾਂ ਦੀ ਮੈਲ ਲੱਗੀ ਹੈ, ਸਿਮਰਨ ਦੀ ਕਮੀ ਹੈ। ਪਰ ਕਹਿਨ ਸੁਨਨ ਕਹਿ ਸੋ ਨਾ ਕਰਹਿ ਕਬ। 11 ਸਾਲ ਹੋ ਗਏ ਪਿਆਰਿਓ, ਬਾਬਾ ਅਮਰਦਾਸ ਜੀ ਨੇ ਕਦੇ ਕਿਸੇ ਨਾਲ ਗੱਲ ਨਹੀਂ ਕੀਤੀ। ਇੱਕ ਰਸ ਸੇਵਾ ਕਰਦੇ ਆ, ਇੱਕ ਸੇਵਾ ਕੇ ਤਤਪਰ ਭੀਨ। ਜੇ ਕਿਸੇ ਕੰਮ ਵਿੱਚ ਧਿਆਨ ਤੇ ਮੇਰੇ ਸਤਿਗੁਰੂ ਦੀ ਸੇਵਾ ਮੈਂ ਕਰਨੀ ਹੈ, ਸੇਵਾ ਵਿੱਚ ਧਿਆਨ ਜੋੜਿਆ। ਹਾਂਜੀ। ਬਰਖ ਦਵਾਦਸ਼ੋ ਸੇਵਤ ਆਇਓ ਚੀਰਨ ਚੀਰ ਸਰੀਰ ਸੁਸ਼ਾਦ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। 12ਵਾਂ ਸਾਲ ਚੜਿਆ। ਕਹਿੰਦੇ ਬਰਖ ਦਵਾਦਸ਼ੋ ਸੇਵਤ ਆਇਓ, ਸੇਵਾ ਕਰਦਿਆਂ ਕਰਦਿਆਂ 12ਵਾਂ ਸਾਲ ਆ ਗਿਆ। ਜੀਰਨ ਚੀਰ ਸਰੀਰ ਸੁਛਾਦ। ਸਰੀਰ ਕਮਜ਼ੋਰ, ਕੱਪੜਿਆਂ ਦਾ ਵੀ ਧਿਆਨ ਨਹੀਂ। ਸੱਚੀ ਗੱਲ 'ਚ ਸੇਵਾ ਕਰਦਿਆਂ ਕਰਦਿਆਂ ਫੈਸ਼ਨ ਵੱਲੋਂ ਬੰਦੇ ਦਾ ਧਿਆਨ ਹਟਣ ਲੱਗ ਪੈਂਦਾ ਜੀ। ਸੇਵਾ ਵਿੱਚ ਇੰਨਾ ਵੱਡਾ ਬਲ ਹੈ। ਸੇਵਾ ਅੰਦਰ ਨੂੰ ਸੰਤੋਖ ਬਖਸ਼ਿਸ਼ ਕਰਦੀ ਹੈ, ਸੇਵਾ ਅੰਦਰ ਨੂੰ ਸਾਦਗੀ ਬਖਸ਼ਿਸ਼ ਕਰਨ ਲੱਗ ਪੈਂਦੀ। ਤੇ ਮੈਂ ਵੀ ਬੇਨਤੀ ਕਰਾਂ, ਸੇਵਾ ਕਰਦਿਆਂ ਕਰਦਿਆਂ ਜਦੋਂ ਅੰਦਰ ਸਾਦਗੀ ਆਉਣ ਲੱਗ ਪੈਂਦੀ ਨਾ, ਬੰਦਾ ਪਾਵੇ ਭਾਵੇਂ ਕੁਝ ਵੀ ਨਾ, ਤਾਂ ਵੀ ਸੋਹਣਾ ਲੱਗਣ ਲੱਗ ਪੈਂਦਾ ਜੀ।
ਤੇ ਸੇਵਾ ਸਿਮਰਨ ਨਹੀਂ ਹੈ, ਲੱਖ ਟੌਰ ਕੱਢਿਆ ਹੋਵੇ ਤਾਂ ਵੀ ਬੰਦਾ ਸੋਹਣਾ ਨਹੀਂ ਚ ਲੱਗਦਾ। ਸਰੀਰ ਦੇ ਕੱਪੜੇ ਮੈਲੇ, ਪਰ ਅੰਦਰ ਦਾ ਪ੍ਰਤਾਪ ਬੜਾ ਵੱਧ ਗਿਆ। ਹਾਂਜੀ। ਪਗ ਮੈਂ ਹੈ ਭਈ ਬਿਵਾਈ, ਫਟ ਕਰ ਖਾਨ ਪਾਨ ਕੋ ਚਹੈ ਨਾ ਸਾਧ। ਪਿਆਰਿਓ, ਚਰਨਾਂ ਦੇ ਜਿਹੜੇ ਮਹਾਰਾਜ ਦੀਆਂ ਏੜੀਆਂ ਨੇ ਉਹ ਹੋਰ ਫਟ ਗਈਆਂ, ਪਰ ਵਾਹਿਗੁਰੂ ਸੇਵਾ ਚ ਨਾਗਾ ਨਹੀਂ ਪਿਆ। ਇੱਕ ਦਿਨ ਨਹੀਂ ਬਾਬਾ ਅਮਰਦਾਸ ਜੀ ਨੇ ਸਤਿਗੁਰੂ ਨੂੰ ਕਿਹਾ, ਮਹਾਰਾਜ ਅੱਜ ਮੈਂ ਨਹੀਂ ਜਾਣਾ, ਮੇਰੇ ਪੈਰ ਦੁਖਦੇ ਆ। ਮੇਰੇ ਵਰਗਾ ਸਾਡੇ ਵਰਗਾ ਬੰਦਾ ਬਹਾਨਾ ਲਾ ਲੇਗਾ। ਇੱਕ ਦਿਨ ਨਹੀਂ ਕਿਹਾ, ਮਹਾਰਾਜ ਅੱਜ ਮੇਰੇ ਪੈਰ ਦੁਖਦੇ ਆ, ਮੇਰੇ ਕੋਲ ਤੁਹਾਨੂੰ ਇਸ਼ਨਾਨ ਨਹੀਂ ਕਰਾਇਆ ਜਾਣਾ। ਪੱਗ ਮਹਿ ਪਈ ਬਿਹਾਵਲ ਫਟ ਗਈ, ਕਹਿਣ ਲੱਗੇ ਚਰਨਾਂ ਦੇ ਵਿੱਚ ਏੜੀਆਂ ਫਟ ਗਈਆਂ। ਖਾਣ ਪਾਨ ਚਾਹੇ ਨਾ ਸਾਧ, ਨਾ ਖਾਣ ਦੀ ਚਿੰਤਾ, ਨਾ ਪਾਉਣ ਦੀ ਚਿੰਤਾ, ਨਾ ਮੂੰਹ ਦੇ ਸਵਾਦ ਦੀ ਚਿੰਤਾ। ਹਾਂਜੀ। ਜਲ ਸੋ ਭੀਜ ਹਾਥ ਤਿਸ ਬਿਦ ਭੇ, ਕਬ ਬੈਠੇ ਹੈ ਸੁਨ ਸ਼ਬਦ ਸੋ ਨਾਥ। ਤੇ ਹੱਥ, ਤੁਹਾਨੂੰ ਪਤਾ ਜ਼ਿਆਦਾ ਚਿਰ ਹੱਥ ਪਾਣੀ ਵਿੱਚ ਰਹਿਣ ਨਾ ਪਿਆਰਿਓ, ਜਿਹੜਾ ਮਾਸ ਹੈ ਇਹ ਇਕੱਠਾ ਜਿਹਾ ਹੋਣ ਲੱਗ ਪੈਂਦਾ। ਮਾਸ ਹੱਥਾਂ ਦਾ ਇਕੱਠਾ ਹੋਣ ਲੱਗ ਪੈਂਦਾ। ਉਹ ਮਾਸ ਇਕੱਠਾ ਹੋ ਜਾਣਾ, ਕਦੀ ਨਹੀਂ ਕਿਸੇ ਨੂੰ ਕੁਝ ਕਹਿਣਾ। ਇੱਕ ਕੰਮ ਕਰਨਾ, ਸੇਵਾ ਕਰਨ ਤੋਂ ਬਾਅਦ ਜੇ ਕਿਤੇ ਮੌਕਾ ਮਿਲਣਾ ਤੇ ਗੁਰਬਾਣੀ ਦਾ ਕੀਰਤਨ ਸੁਣਨਾ ਜੀ, ਪਿਆਰ ਨਾਲ। ਕਿੰਨੀ ਵੱਡੀ ਸੇਵਾ। ਹਾਂਜੀ। ਕਾਲੀ ਹੀ ਕਾਲ ਅਧਿਕ ਜਬ ਐਸੇ, ਦੇਖਤ ਸਿੱਖ ਹੋ ਹੈ ਬਿਸਮਾਦ। ਉਹ ਜਿਹੜੇ ਗੱਲਾਂ ਕਰਦੇ ਸੀ ਨਾ, ਬਾਪੂ ਘਰੋਂ ਰੁੱਸ ਕੇ ਆਇਆ, ਘਰ ਨਹੀਂ ਜਾਂਦਾ, 12 ਸਾਲ ਹੋ ਗਏ, ਘਰ ਫੇਰਾ ਕੋਈ ਨਹੀਂ ਮਾਰਿਆ। ਸਾਰਿਆਂ ਦੇ ਹੱਥ ਜੁੜ ਗਏ, ਸਾਰੇ ਵੇਖ ਕੇ ਹੈਰਾਨ ਹੋ ਗਏ, ਇਸ ਬਜ਼ੁਰਗ ਨੇ ਇੰਨੀ ਸੇਵਾ ਕੀਤੀ ਗੁਰੂ ਦੀ, ਇੰਨੀ ਸੇਵਾ ਕੀਤੀ। ਸਭ ਤੋਂ ਵੱਡੀ ਗੱਲ ਮੈਂ ਫਿਰ ਬੇਨਤੀ ਕਰਾਂ ਪਿਆਰਿਓ, ਬੰਦਾ ਸੇਵਾ ਕਰੇ, ਮਨ ਵਿੱਚ ਕਹੇ ਨਾ ਈਰਖਾ ਦਵੈਸ਼ ਨਾ ਰੱਖੇ, ਕਿਤੇ ਵਿਰਲੀ ਗੱਲ ਹੈ। ਸੱਚੀ ਗੱਲ 'ਚ ਇੱਕ ਥਾਂ ਤੇ ਬੰਦਾ ਰਵੇ, 4-5 ਮਹੀਨੇ ਰੋਜ਼ ਇੱਕ ਥਾਂ ਤੇ ਗੇੜਾ ਮਾਰੇ, ਸੇਵਾ ਕਰੇ, ਲੋਕ ਜਾਣਨ ਲੱਗ ਪੈਂਦੇ, ਮਿੱਤਰ ਬਣਨ ਲੱਗ ਪੈਂਦੇ। ਜਿੱਥੇ ਮਿੱਤਰ ਬਣਦੇ ਉੱਥੇ ਦੁਸ਼ਮਣ ਬਣਨ ਲੱਗ ਪੈਂਦੇ, ਉੱਥੇ ਗੱਲਾਂ ਸ਼ੁਰੂ ਹੋ ਜਾਂਦੀਆਂ। ਪਰ ਮਾਫ ਕਰਿਓ, ਜਿੱਥੇ ਇਹ ਕੰਮ ਸ਼ੁਰੂ ਹੋ ਜਾਂਦਾ ਉੱਥੇ ਕੀਤੀ ਸੇਵਾ ਲੁੱਟੀ ਜਾਣ ਲੱਗ ਪੈਂਦੀ ਜੀ। ਕਾਲੀ ਘਾਲ ਅਧਿਕ ਜਬ ਦੇਖੇ, ਜਦੋਂ ਸੇਵਕਾਂ ਨੇ ਵੇਖਿਆ ਇੰਨੀ ਘਾਲ ਘਾਲੀ ਹੈ, ਸਿੱਖ ਹੋਏ ਸਭ ਹੀ ਬਿਸਮਾਦ, ਸਾਰੇ ਸਿੱਖ ਹੈਰਾਨ ਹੋ ਗਏ। ਮਧਰੋ ਸਰੀਰ ਮਧਰੋ ਢੀਲ ਸਰੀਰ ਅਲਪ ਇਨ, ਬਹੁਰ ਬਿਰਿਧ ਬਲ ਨਹਿ ਜਿਨ ਮਾਹੇ। ਉਹ ਕਹਿੰਦੇ ਸਨ, ਵੇਖੋ ਭਾਈ, ਮਧਰਾ ਸਰੀਰ ਹੈ, ਛੋਟਾ ਸਰੀਰ ਹੈ, ਦਾੜੇ ਦਾ ਕੇਸ ਚਿੱਟੇ ਨੇ, ਬਜ਼ੁਰਗੀ ਦੀ ਉਮਰ ਹੈ, ਸਰੀਰ ਵਿੱਚ ਤਾਕਤ ਕੋਈ ਨਹੀਂ ਇਸ ਬਜ਼ੁਰਗ ਦੇ। ਹਾਂਜੀ। ਸਵੇਤ ਕੇਸ ਤਨ ਚਰਮ ਸਿਥਿਲ ਬਉ, ਸੇਵਾ ਸਭ ਤੇ ਅਧਿਕ ਕਰਾਹੇ। ਚਰਨਾਂ ਦੇ ਅੰਗੂਠੇ ਫਟ ਗਏ ਐ। ਫਿਰ ਵਾਹਿਗੁਰੂ ਅੰਗੂਠਿਆਂ ਦਾ ਮਾਸ ਵੀ ਜਿਹੜਾ ਉਹ ਵੀ ਫਟ ਗਿਆ, ਏੜੀਆਂ ਦਾ ਫਟ ਗਿਆ। ਫਿਰ ਸਾਧ ਸੰਗਤ ਦੀ ਕੇਸ ਚਿੱਟੇ ਹੋ ਗਏ ਐ, ਸਰੀਰ ਦਾ ਮਾਸ ਢਿੱਲਾ ਹੋ ਗਿਆ। ਪਰ ਸਿੱਖ ਕਹਿੰਦੇ ਭਾਈ ਪਤਾ ਨਹੀਂ ਇਸ ਬਜ਼ੁਰਗ ਨੂੰ ਕਿੰਨਾ ਪਿਆਰ ਹੈ ਗੁਰੂ ਨਾਲ, ਸੇਵਾ ਨਹੀਂ ਛੱਡਦਾ। ਲੋਕ ਇਹ ਗੱਲਾਂ ਕਰਦੇ ਐ। ਹਾਂਜੀ। ਚਰਨ ਅੰਗੂਠਾ ਨਿਸਮੁਖ ਰਾਖਤ, ਨਹਿ ਸੋਵਤ ਕਬਹੂ ਚਿਤ ਚਾਹੇ। ਬਸ ਪਿਆਰਿਓ, ਹਰ ਸਮੇਂ ਮਹਾਰਾਜ ਗਰੀਬ ਨਵਾਜ ਜੀ ਦੇ ਚਰਨਾਂ 'ਚ ਧਿਆਨ ਦੀ, ਚਰਨਾਂ 'ਚ ਧਿਆਨ, ਅੰਮ੍ਰਿਤ ਵੇਲੇ ਦੀ ਸੇਵਾ। ਹਾਂਜੀ। ਸੀਲ ਉਸਨ ਬਰਖਾ ਵੱਡ ਹੋਵਤ, ਸੀਵੈ ਇੱਕ ਸਮ ਜਾਣੈ ਨਾਹੀ। ਪਿਆਰਿਓ, ਕਹਿਣਾ ਸੌਖਾ ਜੇ 12 ਸਾਲ ਲਗਾਤਾਰ, ਚੇਤਾ ਰੱਖੋ 12 ਸਾਲ ਵਿੱਚ ਬੜੇ ਮੀਂਹ ਪਏ ਹੋਣਗੇ। ਗੱਜ ਕੇ ਆਖੋ ਵਾਹਿਗੁਰੂ। 12 ਸਾਲਾਂ ਵਿੱਚ ਬੜੇ ਮੀਂਹ ਪਏ ਹੋਣਗੇ, 12 ਸਾਲਾਂ ਵਿੱਚ ਬੜੀ ਠੰਡ ਹੋਈ ਹੋਏਗੀ, 12 ਸਾਲਾਂ ਵਿੱਚ ਬੜੀਆਂ ਧੁੰਦਾਂ ਪਈਆਂ ਹੋਣਗੀਆਂ। ਪਰ ਪਿਆਰਿਓ, ਨਾ ਮੀਂਹ ਦੀ ਚਿੰਤਾ, ਨਾ ਠੰਡ ਦੀ ਚਿੰਤਾ, ਨਾ ਧੁੰਦ ਦੀ ਚਿੰਤਾ। ਹਰ ਸਮੇਂ ਗੁਰੂ ਸਾਹਿਬ ਦੀ ਸੇਵਾ 'ਚ, ਹਰ ਸਮੇਂ
ਪਾਣੀ ਲਿਆਉਣ ਦੀ ਸੇਵਾ, ਹਰ ਸਮੇਂ ਅੰਮ੍ਰਿਤ ਵੇਲੇ ਜਾ ਕੇ ਇਸ਼ਨਾਨ ਦੀ ਸੇਵਾ। ਹਾਂਜੀ। ਤਪ ਵਿਸਾਲ ਕਰ ਘਾਲ ਸੋ ਘਾਲ ਹੈ, ਧਨ ਜਨਮ ਕਰ ਲੀਨ ਉਪਾਹੇ। ਗੱਜ ਕੇ ਆਖੋ ਵਾਹਿਗੁਰੂ। ਹੁਣ ਲੋਕ ਪਤਾ ਕੀ ਕਹਿੰਦੇ, ਜਿਹੜੇ ਮਜ਼ਾਕ ਕਰਦੇ ਸਨ, ਮਜ਼ਾਕ ਕਰਨ ਵਾਲੇ ਕਹਿੰਦੇ ਬਜ਼ੁਰਗ ਨੇ ਬੜਾ ਹੀ ਤਪ ਕੀਤਾ ਹੈ, ਬਜ਼ੁਰਗ ਨੇ ਬੜੀ ਸੇਵਾ ਕੀਤੀ ਹੈ, ਇਸ ਬਜ਼ੁਰਗ ਦਾ ਜਨਮ ਧਨ ਹੀ ਹੈ। ਇੱਕ ਵਾਰੀ ਪਿਆਰ ਨਾਲ ਸਾਰੇ ਕਹੋ, ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਲੋਕ ਕਹਿੰਦੇ ਬਜ਼ੁਰਗ ਧੰਨ ਹੀ ਹੈ, ਇੰਨੀ ਸੇਵਾ। ਹਾਂਜੀ। ਤਦਪ ਰੁਖ ਨਹਿ ਗੁਰ ਕਛ ਕਰ ਹੈ, ਉਦਾਸੀਨ ਸੀ ਬ੍ਰਿਤ ਰਾਖੈ। ਇੱਕ ਹੋਰ ਪਰਚਾ 'ਚ ਪਿਆਰਿਓ ਮੈਂ ਬੇਨਤੀ ਕਰਾਂ, ਜਿਹੜਾ ਬੱਚਾ ਪੜ੍ਹਾਈ ਕਰਦਾ ਪੇਪਰ ਉਹਦਾ ਹੁੰਦਾ, ਜਿਹੜਾ ਪੜ੍ਹਾਈ ਨਹੀਂ ਕਰਦਾ ਉਹਦਾ ਪੇਪਰ ਨਹੀਂ ਹੁੰਦਾ। ਇੱਕ ਹੋਰ ਪਰਚਾ ਪੈ ਗਿਆ। ਉਹ ਪਰਚਾ ਪਤਾ ਕੀ ਹੈ? ਲੋਕ ਜਿੱਥੇ ਕਈ ਪੁੱਠੇ ਸਿੱਧੀਆਂ ਗੱਲਾਂ ਕਰਦੇ ਸਨ, ਪਰ ਹੁਣ ਗੱਲ ਇੱਥੋਂ ਤੱਕ ਆ ਗਈ ਹੈ, ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਗੱਲ ਨਹੀਂ ਕੋਈ ਕਰਦੇ ਬਾਬਾ ਅਮਰਦਾਸ ਜੀ ਨਾਲ। ਕਮਾਲ ਦੀ ਗੱਲ ਹੈ। ਜਿਹਦੀ ਸੇਵਾ ਕਰ ਰਹੇ ਹੋਈਏ ਉਹ ਅੱਗੋਂ ਬੋਲੇ ਹੀ ਨਾ, ਉਹ ਗੱਲ ਹੀ ਨਾ ਕਰੇ, ਤੇ ਸੇਵਾ ਕਰਨ ਵਾਲਾ ਫਿਰ ਵੀ ਸੇਵਾ ਕਰੇ। ਪਿਆਰਿਓ ਇਹਨੂੰ ਕਹਿੰਦੇ ਚ ਸੇਵਾ। ਮਹਾਰਾਜ ਕੋਈ ਰੁੱਖ ਨਹੀਂ ਕਰਦੇ ਗੁਰੂ ਅੰਗਦ ਸਾਹਿਬ। ਅਸਲ ਵਿੱਚ ਇਹ ਮਹਾਰਾਜ ਪ੍ਰੀਖਿਆ ਲੈਂਦੇ ਆ, ਪਤਾ ਤੇ ਮਹਾਰਾਜ ਨੂੰ ਸਾਰਾ ਹੁੰਦਾ ਹੈ। ਹਾਂਜੀ। ਨਿਕਟ ਬਿਠਾਏ ਨਾ ਬੋਲੇ ਹੈ ਬੁਝੈ ਹੈ, ਅਗੰਮ ਗੁਰੂ ਗਤ ਲਖੀ ਨਾ ਜਾਹੇ। ਕਦੀ ਮਹਾਰਾਜ ਕੋਲ ਨਹੀਂ ਬਿਠਾਉਂਦੇ ਬਾਬਾ ਅਮਰਦਾਸ ਜੀ ਨੂੰ, ਗੁਰੂ ਅੰਗਦ ਸਾਹਿਬ ਕਦੀ ਕੋਈ ਗੱਲ ਨਹੀਂ ਕਰਦੇ, ਪਰ ਰੋਜ਼ ਇਸ਼ਨਾਨ ਕਰਾਉਂਦੇ ਆ ਬਾਬਾ ਅਮਰਦਾਸ ਜੀ। ਗੁਰੂ ਅੰਗਦ ਸਾਹਿਬ ਬਚਨ ਨਹੀਂ ਕਰਦੇ, ਕਦੀ ਬਿਠਾ ਕੇ ਨਹੀਂ ਕਹਿੰਦੇ ਪੁਰਖਾ ਬੈਠ ਮੇਰੇ ਲਾਗੇ। ਇਹ ਸਾਰਾ ਕੁਝ ਨਹੀਂ ਮਹਾਰਾਜ ਕਰਦੇ। ਮਹਾਰਾਜ ਵੇਖਦੇ ਆ ਕਿੰਨਾ ਕੁ ਧੀਰਜ ਹੈ, ਹੌਸਲਾ ਕਿੰਨਾ ਕੁ ਹੈ। ਪਰ ਕਮਾਲ ਦੀ ਗੱਲ ਹੈ, ਜੇ ਗੁਰੂ ਬਹੁਤ ਵੱਡਾ ਹੈ ਤੇ ਪਿਆਰਿਓ ਸੇਵਾ ਕਰਨ ਵਾਲਾ ਸੇਵਕ ਵੀ ਬਹੁਤ ਵੱਡਾ ਹੈ। ਅਗਮ ਗੁਰੂ ਦੀ ਗਤੀ ਕਵੀ ਸੰਤੋਖ ਸਿੰਘ ਕਹਿੰਦੇ ਜਾਣੀ ਨਹੀਂ ਜਾ ਸਕਦੀ। ਹਾਂਜੀ। ਸਿੱਖ ਇਮ ਪਨਤ ਅਪਰ ਜੇ ਨਰ ਹੈ, ਬਹੁਬਿਦ ਕੇ ਠਾਨੈ ਉਪਹਾਸ। ਪਰ ਕਈ ਮਨੁੱਖ ਐਸੇ ਹੁੰਦੇ ਜਿਹੜੇ ਹਟਦੇ ਹੀ ਨਹੀਂ, ਹਟਦੇ ਹੀ ਨਹੀਂ। ਉਹ ਮਹਾਰਾਜ ਨੂੰ ਮਜ਼ਾਕ ਵੀ ਕਰਦੇ ਬਾਬਾ ਅਮਰਦਾਸ ਜੀ ਨੂੰ। ਹਾਂਜੀ। ਘਰ ਤੇ ਮਾਨੋ ਨਿਕਾਸਿਓ, ਕਿਸਨੇ ਦਰਬ ਨਹੀਂ ਕੁਛ ਇਸਕੇ ਪਾਸ। ਵਾਹਿਗੁਰੂ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਉਹ ਪਤਾ ਬਾਬਾ ਜੀ ਨੂੰ ਕੀ ਕਹਿੰਦੇ ਮਹਾਰਾਜ ਗੁਰੂ ਅਮਰਦਾਸ ਜੀ ਨੂੰ? ਕਹਿੰਦੇ ਇਸ ਬਜ਼ੁਰਗ ਨੂੰ ਇਉਂ ਜਾਪਦਾ ਜਿਵੇਂ ਘਰ ਵਾਲਿਆਂ ਨੇ ਪੱਕਾ ਹੀ ਘਰੋਂ ਕੱਢ ਦਿੱਤਾ ਹੋਵੇ। ਕੋਈ ਪੈਸਾ ਧੇਲਾ ਨਹੀਂ ਹੋਣਾ, ਤਾਈਓ ਇੱਥੇ ਕੰਮ ਕਰਕੇ ਰੋਟੀ ਖਾਂਦਾ। ਕਿਹਨੂੰ ਪਤਾ ਹੈ ਜਿਹੜੀ ਬਖਸ਼ਿਸ਼ ਇਹਨਾਂ ਨੂੰ ਮਿਲਣੀ ਉਹ ਦੁਨੀਆ 'ਚ ਕਿਸੇ ਹੋਰ ਨੂੰ ਮਿਲਣੀ ਨਹੀਂ ਹੈ। ਹਾਂਜੀ। ਗੁਰ ਨਿਰਾਸਰੇ ਕੋ ਸੋ ਆਸਰਾ, ਇਮਲਖ ਆਇਓ ਹੋ ਇਨਹੋ ਆਵਾਸ। ਲੋਕ ਕਹਿੰਦੇ ਆ ਵੀ ਮਹਾਰਾਜ ਨਿਆਸਰਿਆਂ ਦੇ ਆਸਰੇ ਹੈ, ਇਸ ਕਰਕੇ ਇਹ ਬਜ਼ੁਰਗ ਵੀ ਆ ਗਿਆ ਹੋਏਗਾ ਵੀ ਮਹਾਰਾਜ ਮੇਰੀ ਇੱਜ਼ਤ ਰੱਖਣ। ਕਿਹਨੂੰ ਪਤਾ ਸੀ ਇਸ ਬਜ਼ੁਰਗ ਨੂੰ ਮਹਾਰਾਜ ਗੁਰੂ ਅੰਗਦ ਸਾਹਿਬ ਨੇ ਕਹਿ ਦੇਣਾ ਤੂੰ ਆਪ ਹੀ ਨਿਆਸਰਿਆਂ ਦਾ ਆਸਰਾ ਹੋਵੇਂਗਾ। ਹਾਂਜੀ। ਟੁਕਰੇ ਖਾਨ ਰਹਿਓ ਪਰ ਕੇ ਇਹ, ਸਭ ਤੇ ਤਿਆਗਿਓ ਭਇਓ ਨਿਰਾਸ। ਮੈਨੂੰ ਮਾਫ ਕਰਿਓ ਸਾਧ ਸੰਗਤ, ਕਥਾ ਕਰ ਰਹੇ ਹਾਂ ਗੁਰੂ ਸਾਹਿਬ ਦੀ ਕਿਰਪਾ ਨਾਲ, ਤਾਂ ਗੱਲ ਕਰ ਰਹੇ ਹਾਂ, ਦਲ ਦੱਸਣੀ ਵੀ ਜ਼ਰੂਰੀ ਹੈ। ਲੋਕ ਕਹਿੰਦੇ ਆ ਇਹਨੂੰ ਕਿਤੋਂ ਰੋਟੀ ਨਹੀਂ ਮਿਲਦੀ, ਇੱਥੋਂ ਟੁੱਕੜ ਮਿਲ ਜਾਂਦਾ ਤਾਂ ਇੱਥੇ ਬੈਠਾ ਹੈ। ਮੈਂ ਫਿਰ ਬੇਨਤੀ ਕਰਾਂ, ਸੇਵਾ ਸਿਮਰਨ ਕਰਨ ਵਾਲੇ ਦੀ ਜੇ ਰੱਜ ਕੇ ਨਿੰਦਾ ਹੋਵੇ ਨਾ, ਉਹ ਸਮਝ ਲਵੇ ਵੀ ਹੁਣ ਮੇਰੀ ਤਰੱਕੀ ਦਾ ਸਮਾਂ ਸ਼ੁਰੂ ਹੋ ਗਿਆ ਜੀ। ਲੋਕਾਂ ਨਹੀਂ 'ਚ ਹਟਣਾ। ਇਹ ਲੋਕ ਸਿਆਣੇ ਕਹਿੰਦੇ ਦਾਤਰੀ ਨੂੰ ਇੱਕ ਪਾਸੇ ਦੰਦੇ, ਲੋਕਾਂ ਨੂੰ ਦੋਵੇਂ ਪਾਸੇ ਦੰਦੇ। ਹਾਂਜੀ। ਫਿਰ ਹੈ ਨਿਥਾਵਾਂ ਥਾਨ ਨਾ ਪਾਵੈ ਹੈ, ਆਹੈ ਨਿਮਾਨਾ ਮਾਨ ਨਾ ਕਾਏ। ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦੇ ਆ ਨਿਥਾਵਾਂ ਹੈ, ਇਹਦੇ ਕੋਲ ਥਾਂ ਨਹੀਂ ਹੈਗੀ ਕੋਈ। ਇਸ ਨਿਮਾਣੇ ਦਾ ਕਿਹੜਾ ਕੋਈ ਮਾਣ ਹੈ। ਹਾਂਜੀ।
ਰੈਨ ਦਿਵਸ ਇਤ ਉਤ ਕੋ ਵਿਚਰਤ ਸਭ ਕੇ ਆਗੈ ਸੇਵ ਕਮਾਏ। ਇਹ ਰਾਤ ਦਿਨ ਇੱਥੇ ਰਹਿੰਦਾ ਹੈ, ਸੇਵਾ ਕਰਦਾ ਹੈ, ਮਾਣ ਕੋਈ ਹੈ ਨਹੀਂ। ਇਉਂ ਲੱਗਦਾ ਜਿਵੇਂ ਘਰ-ਬਾਰ ਵੀ ਹੁਣ ਕੋਈ ਨਹੀਂ ਰਿਹਾ, ਥਾਂ ਕੋਈ ਹੈ ਨਹੀਂ। ਇਕ ਆਹਾਰ ਕੋ ਅਚਵਨ ਕਰਹੀ ਅਵਰ ਵਸਤ ਕਿਛ ਹਾਥ ਨਾ ਆਏ। ਬਸ ਇੱਕ ਆਹਾਰ ਹੀ ਛਕਦਾ, ਭੋਜਨ ਹੀ ਛਕਦਾ, ਇੱਥੋਂ ਹੋਰ ਕੁਝ ਨਹੀਂ ਛਕਦਾ। ਪਤਾ ਨਹੀਂ ਕਿੰਨਾ ਮਾੜਾ ਹਾਲ ਹੋਏਗਾ ਇਹਦੇ ਘਰ ਦਾ। ਇਹ ਨਹੀਂ ਪਤਾ ਇਹ ਮਹਾਰਾਜ ਦਾ ਕੁੜਮ ਹੈ, ਇਸ ਗੱਲ ਦਾ ਨਹੀਂ ਪਤਾ ਕਿਸੇ ਨੂੰ। ਹਾਂਜੀ। ਸਭ ਕੋ ਕਹਿਓ ਕਰੇ ਔਰ ਡਰਪਤ ਨਹੀਂ ਨਿਕਾਸ ਦੇਹ ਇਸ ਥਾਏ। ਲੋਕ ਪਤਾ ਕੀ ਗੱਲਾਂ ਕਰਦੇ, ਕਹਿੰਦੇ ਕੋਈ ਵੀ ਇਸ ਬਜ਼ੁਰਗ ਨੂੰ ਕੋਈ ਕੰਮ ਕਵੇ ਇਹ ਬਜ਼ੁਰਗ ਕਰ ਦਿੰਦਾ। ਉਹਦਾ ਕਾਰਨ ਇਹ ਹੈ, ਇਹ ਡਰਦਾ ਹੈ ਵੀ ਮੈਨੂੰ ਕੋਈ ਇੱਥੋਂ ਕੱਢ ਨਾ ਦੇਵੇ। ਇਹ ਨਹੀਂ ਪਤਾ ਇਤ ਘਰ ਦੇ ਮਾਲਕ ਬਣਨ ਵਾਲੇ ਹੈ। ਹਾਂਜੀ। ਇਮ ਨਿੰਦਕ ਉਪਹਾਸ ਜੁਕਤ ਬਹੁ ਨਿੰਦੈ ਬਿੰਦੈ ਨਹੀਂ ਗਵਾਰ। ਸਾਧ ਸੰਗਤ ਜੀ ਇਸ ਤਰੀਕੇ ਨਾਲ ਨਿੰਦਕ ਠੱਠਾ ਕਰਦੇ, ਮਖੌਲ ਕਰਦੇ ਆ, ਪਰ ਉਹਨਾਂ ਨੂੰ ਅਸਲ ਤੱਤ ਦਾ ਨਹੀਂ ਪਤਾ ਹੁੰਦਾ। ਉਹ ਤੇ ਮਖੌਲ ਕਰਦੇ ਆ, ਉਹਨਾਂ ਨੂੰ ਕੀ ਪਤਾ। ਹਾਂਜੀ। ਦੀਨ ਦੁਨੀ ਕਾ ਪਾਤਸ਼ਾਹ ਹੋਏ ਜਿਸ ਕੇ ਸਮ ਕੋ ਹੋਵੇ ਨਾ ਉਧਾਰ। ਇਹ ਨਹੀਂ ਪਤਾ ਇਸ ਬਜ਼ੁਰਗ ਬਾਰੇ ਗੱਲਾਂ ਕਰ ਰਹੇ, ਦੀਨ ਦੁਨੀਆ ਦਾ ਪਾਤਸ਼ਾਹ ਬਣਨਾ ਇਹਨਾਂ ਨੇ। ਇਹਨਾਂ ਵਰਗਾ ਤੇ ਦੂਜਾ ਹੋਣਾ ਹੀ ਕੋਈ ਨਹੀਂ। ਹਾਂਜੀ। ਸਿੱਖਿਅਨ ਅਰ ਨਿੰਦਕ ਤੇ ਸੁਨ ਕਰ ਹਰਖ ਨਾ ਸ਼ੋਗ ਕਰੈ ਕਿਸ ਬਾਰ। ਸਿੱਖਾਂ ਕੋਲੋਂ ਨਿੰਦਕਾਂ ਕੋਲੋਂ ਸੁਣ ਕੇ ਮਹਾਰਾਜ ਕੋਈ ਹਸੀ ਗਮੀ ਨਹੀਂ ਕਰਦੇ, ਬਸ ਆਪਣਾ ਕੰਮ ਕਰੀ ਜਾਂਦੇ, ਸੇਵਾ ਕਰੀ ਜਾਂਦੇ। ਹਾਂਜੀ। ਇੱਕ ਸੇਵ ਕੇ ਤਤਪਰ ਹੋਇ ਕਰ ਗੁਰੂ ਆਰਾਧੈ ਹੈ ਸਰਬ ਪ੍ਰਕਾਰ। ਇੱਕ ਸੇਵਾ ਕਰਦੇ ਐ, ਹਰ ਪ੍ਰਕਾਰ ਨਾਲ ਸਤਿਗੁਰੂ ਦੀ ਸੇਵਾ ਕਰਦੇ ਐ। ਪਿਆਰਿਓ, ਮਨ ਵਿੱਚ ਇਹੋ ਹੀ ਭਾਵਨਾ ਹੈ, ਗੁਰੂ ਅੰਗਦ ਦੇਵ ਸਾਹਿਬ ਮੇਰੇ ਪਰਮੇਸ਼ਰ ਹੈ ਤੇ ਮੈਂ ਗੁਰੂ ਅੰਗਦ ਸਾਹਿਬ ਜੀ ਦੀ ਸੇਵਾ ਕਰਨੀ ਹੈ। ਬਸ ਅੱਜ ਵਾਲੀ ਜਿਹੜੀ ਕਥਾ ਹੈ ਨਾ, ਇਹ ਉਹਨਾਂ ਪ੍ਰੇਮੀਆਂ ਵਾਸਤੇ ਬਹੁਤ ਜ਼ਰੂਰੀ ਜੇ ਜਿਹੜੇ ਇਸ ਮਾਰਗ ਤੇ ਚੱਲੇ ਆ। ਲੋਕ ਉਹਨਾਂ ਨੂੰ ਬੁਰਾ ਭਲਾ ਕਹਿੰਦੇ ਆ, ਥੋੜ੍ਹਾ ਬਹੁਤਾ ਉਹ ਹਟ ਜਾਂਦੇ ਆ, ਹਟ ਜਾਂਦੇ। ਮੈਂ ਵੇਖੇ ਆ, ਹਟਦੇ ਹੋਏ ਵੇਖੇ ਆ। ਪਰ ਪਿਆਰਿਓ, ਜਿਹੜਾ ਬੱਚਾ ਪੜ੍ਹਦਾ ਜਾਵੇ ਉਹਦੀ ਤਰੱਕੀ ਹੋ ਜਾਂਦੀ ਹੈ। 12 ਸਾਲ ਕਿਸੇ ਸਕੂਲ ਚ ਲਾਏ ਹੋਣ, 12 ਸਾਲਾਂ ਬਾਅਦ 12ਵੀਂ ਦਾ ਸਰਟੀਫਿਕੇਟ ਮਿਲਦਾ। ਬੱਚਾ ਪੜ੍ਹਿਆ ਲਿਖਿਆ ਹੋ ਜਾਂਦਾ, ਗੱਲ ਕਰਨੀ ਜਾਣਦਾ ਅੰਗਰੇਜ਼ੀ 'ਚ, ਕਿਸੇ ਦੀ ਬੋਲੀ ਸੁਣ ਸਕਦਾ, ਪੜ੍ਹ ਸਕਦਾ, ਸਮਝ ਸਕਦਾ, ਛੇਤੀ ਮਾਰ ਨਹੀਂ ਖਾਂਦਾ। ਪਿਆਰਿਓ, ਜੇ 12 ਸਾਲ ਆਮ ਸਕੂਲ 'ਚ ਕਿਸੇ ਨੇ ਲਾਏ ਹੋਣ, ਉਹਦੀ ਤਰੱਕੀ ਹੋ ਜਾਂਦੀ ਹੈ। ਜਿਹਨੇ 12 ਸਾਲ ਗੁਰੂ ਦੀ ਸੇਵਾ ਵਿੱਚ ਲਾਏ ਹੋਣਗੇ, ਉਹਦੀ ਤਰੱਕੀ ਕਿਉਂ ਨਹੀਂ ਹੋਏਗੀ? ਉਹਦੀ ਤਰੱਕੀ ਕਿਉਂ ਨਹੀਂ ਹੋਏਗੀ? ਤੇ ਇੱਕ ਵਾਰੀ ਨਾ ਮੈਂ ਸਮੇਤ ਆਪਣੇ ਗੱਲ ਕਰਦਾ, ਆਪਣੀ ਪੀੜ੍ਹੀ ਥੱਲੇ ਸੋਟਾ ਜ਼ਰੂਰ ਫੇਰ ਗਏ। ਸਾਨੂੰ ਕਿੰਨੇ ਸਾਲ ਹੋ ਗਏ ਲੱਗੇ ਨੂੰ। ਮਨਾ ਅੰਦਰ ਸ਼ਾਂਤੀ ਕਿੰਨੀ ਵਧੀ ਹੈ, ਅੰਦਰ ਸਤਿਗੁਰੂ ਨਾਲ ਪਿਆਰ ਕਿੰਨਾ ਵਧਿਆ। ਇਸ ਗੱਲ ਦਾ ਜਿਹੜਾ ਧਿਆਨ ਮਾਰ ਕੇ ਵੇਖੀਏ, ਆਪਣੇ ਮਨਾਂ ਨੂੰ ਪੁੱਛੀਏ, ਮਨ ਦੱਸੇਗਾ ਤੂੰ ਕਿੱਥੇ ਖਲੋਤਾ ਹੈ। ਸੱਚੇ ਪਾਤਸ਼ਾਹ ਮਿਹਰ ਕਰਨ। ਆਓ ਪਿਆਰ ਨਾਲ ਸਾਰੀ ਸੰਗਤ, ਜੋ ਬਾਬਾ ਜੀ ਬਾਬਾ ਅਮਰਦਾਸ ਜੀ ਦੀ ਭਾਵਨਾ ਹੈ, ਗੁਰੂ ਆਰਾਧੈ ਹੈ ਸਰਬ ਪ੍ਰਕਾਰ। ਮਹਾਰਾਜ ਗੁਰੂ ਅੰਗਦ ਸਾਹਿਬ ਪਰਮੇਸ਼ਰ ਹੈ। ਆਓ ਆਪਾਂ ਵੀ ਭਾਵਨਾ ਰੱਖੀਏ, ਪਿਆਰ ਨਾਲ ਪੰਕਤੀ ਪੜੋ। ਸਤਿਗੁਰ ਪਰਮੇਸ਼ਰ ਮੇਰਾ, ਸਤਿਗੁਰ ਪਰਮੇਸ਼ਰ ਮੇਰਾ, ਸਤਿਗੁਰ ਪਰਮੇਸ਼ਰ ਮੇਰਾ, ਸਤਿਗੁਰ ਪਰਮੇਸ਼ਰ ਮੇਰਾ, ਸਤਿਗੁਰ ਪਰਮੇਸ਼ਰ ਮੇਰਾ। ਸਾਰੀ ਸੰਗਤ ਜਪੋ।
ਸਤਿਗੁਰ ਪਰਮੇਸ਼ਰ ਮੇਰਾ, 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 ਸਤਿਗੁਰ ਪਰਮੇਸ਼ਰ ਮੇਰਾ। ਇਹੋ ਹੀ ਪੰਕਤੀ ਨੇਤਰ ਬੰਦ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਤੀ ਪਿਆਰ ਨਾਲ ਕਹੋ, ਗੁਰੂ ਗ੍ਰੰਥ ਸਾਹਿਬ ਹੀ ਮੇਰੇ ਪਰਮੇਸ਼ਰ ਹਨ। ਪਿਆਰਿਓ, ਮਨ ਵਿੱਚ ਗੁਰੂ ਸਾਹਿਬ ਪ੍ਰਤੀ ਪ੍ਰੇਮ ਪੈਦਾ ਹੋ ਜਾਂਦਾ ਹੈ ਜੀ। ਸਤਿਗੁਰ ਪਰਮੇਸ਼ਰ ਮੇਰਾ, ਸਤਿਗੁਰ ਪਰਮੇਸ਼ਰ ਮੇਰਾ, ਸਤਿਗੁਰ ਪਰਮੇਸ਼ਰ ਮੇਰਾ, ਸਤਿਗੁਰ ਪਰਮੇਸ਼ਰ ਮੇਰਾ। ਸੱਚੇ ਪਾਤਸ਼ਾਹ ਗਰੀਬ ਨਵਾਜ ਕਿਰਪਾ ਕਰਨ, ਬਖਸ਼ਿਸ਼ ਕਰਨ, ਸਾਰੀਆਂ ਸੰਗਤਾਂ ਨੂੰ ਨਾਮ ਜਪਣ ਦਾ ਬਲ ਬਖਸ਼ਿਸ਼ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਿਆਰ ਸਤਿਕਾਰ ਨਾਲ ਗੱਜ ਕੇ ਸਾਰੀ ਸੰਗਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ, ਬੰਦੋ ਕਰ ਅਨੁਰਾਗ, ਏਕੰਕਾਰ ਸਤਿਗੁਰੂ, ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਗਨ ਬਿਨਾਸ਼ਨ ਸੋਏ। ਹਾਂਜੀ, ਦੋਹਰਾ। ਸਤਨਾਮ ਸ੍ਰੀ ਵਾਹਿਗੁਰੂ ਜੀ। ਦੋਹਰਾ। ਸ਼੍ਰੀ ਗੁਰ ਅੰਗਦ ਕੀ ਸੁਤਾ, ਬੀਬੀ ਅਮਰੋ ਨਾਮ, ਭਗਤ ਧਾਰ ਬਪ ਆਪਨੋ, ਉਪਜੀ ਸਤਿਗੁਰ ਧਾਮ। ਸ਼੍ਰੀ ਗੁਰ ਅੰਗਦ ਕੀ ਸੁਤਾ, ਬੀਬੀ ਅਮਰੋ ਨਾਮ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ, ਦੀਨ ਦੁਨੀਆ ਦੇ ਮਾਲਕ, ਚਬਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ ਪ੍ਰਤੱਖ ਗੁਰੂ, ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ, ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ, ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਅੰਤਰਜਾਮੀ, ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੀ ਸਦਾ ਇੱਜ਼ਤ ਰੱਖਣ ਵਾਲੇ, ਪੱਤ ਰੱਖਣ ਵਾਲੇ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਨਾਲ ਸਾਰੀ ਸੰਗਤ ਦੋਵੇਂ ਹੱਥ ਜੋੜ ਕੇ ਗੱਜ ਕੇ ਉਚਾਰਨ ਕਰੋ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ।